मेरा राम पतार मैं रच रचता को करो शिंगार रच रचता को करो शिंगार मैं पौरी मेरा राम पतार मैं पौरी मेरा राम पतार मैं पले निंदो लोग पले निंदो लोग पले निंदो लोग तन मन राम प्यारे जोग तन मन राम प्यारे जोग प्यारे जोग प्यारे जोग मैं मोरी मेरा राम पतार मैं मोरी मेरा राम पतार रच रचता को करो शिंगार रच रचता को करो मैं पौरी मेरा राम पतार मैं पौरी मेरा राम पतार रसना राम रसायन पीजे
ਕਰੋ ਸ਼ਿੰਗਾਰ। ਰਚ ਰਚਤਾ ਕੋ ਕਰੋ ਸ਼ਿੰਗਾਰ। ਮੈਂ ਪੋਰੀ ਮੇਰਾ ਰਾਮ ਅਵਤਾਰ। ਮੈਂ ਪੋਰੀ ਮੇਰਾ ਰਾਮ ਅਵਤਾਰ। ਅਬ ਜੀ ਜਾਨ ਐਸੀ ਬਨ ਆਈ। ਅਬ ਕੀ ਜਾਨ ਐਸੀ ਬਨ ਆਈ। ਅਬ ਜੀ ਜਾਨ ਐਸੀ ਬਨ ਆਈ। ਅਬ ਕੀ ਜਾਨ ਐਸੀ ਬਨ ਆਈ। ਮਿਲੋ ਗੋਪਾਲ ਨਿਸ਼ਾਨ ਬਜਾਈ। ਮਿਲੋ ਗੋਪਾਲ ਨਿਸ਼ਾਨ ਬਜਾਈ। ਮਿਲੋ ਗੋਪਾਲ ਨਿਸ਼ਾਨ ਬਜਾਈ। ਮਿਲੋ ਗੋਪਾਲ ਨਿਸ਼ਾਨ ਬਜਾਈ। ਨਿਸ਼ਾਨ ਬਜਾਈ। ਨਿਸ਼ਾਨ ਬਜਾਈ ਮੈਂ ਪੋਰੀ। ਮੇਰਾ ਰਾਮ ਅਵਤਾਰ ਮੈਂ ਪੋਰੀ। ਮੇਰਾ ਰਾਮ ਅਵਤਾਰ। ਰਚ ਰਚਤਾ ਕੋ ਕਰੋ ਸ਼ਿੰਗਾਰ। ਰਚ ਰਚਤਾ ਕੋ ਕਰੋ ਸ਼ਿੰਗਾਰ। ਮੈਂ ਪੋਰੀ ਮੇਰਾ ਰਾਮ ਅਵਤਾਰ। ਮੈਂ ਪੋਰੀ ਮੇਰਾ ਰਾਮ ਅਵਤਾਰ। ਉਸਤਤ ਨਿੰਦਾ ਕਰੈ ਨਰ ਕੋਈ। 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 ਨਾਮੇ ਸ੍ਰੀ ਰੰਗ ਭੇਟਲ ਸੋਈ। 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 ਭੇਟਲ ਸੋਈ। ਭੇਟਲ ਸੋਈ ਮੈਂ ਪੋਰੀ। ਮੇਰਾ ਰਾਮ ਅਵਤਾਰ ਮੈਂ ਪੋਰੀ। ਮੇਰਾ ਰਾਮ ਅਵਤਾਰ। ਰਚ ਰਚਤਾ ਕੋ ਕਰੋ ਸ਼ਿੰਗਾਰ। 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 ਮੈਂ ਪੋਰੀ ਮੇਰਾ ਰਾਮ ਅਵਤਾਰ।
ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ 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 ਗੁਣ ਗਾਵਾਂ ਦਿਨ ਰਾਤ 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 ਨਾਨਕ ਚਾਓ ਇਹੋ 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 ਵਾਹਿਗੁਰੂ 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 ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਨ ਮਨ ਥੀਵੈ ਹਰਿਆ ਤਨ ਮਨ ਥੀਵੈ ਹਰਿਆ ਤਨ ਮਨ ਥੀਵੈ ਹਰਿਆ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਵਾਹਿਗੁਰੂ
ਸਭ ਤੇ ਉੱਚਾ, ਸਿਮਰਨ 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 ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਤਰੇ ਉੱਚਾ, ਸਿਮਰਨ ਉਤਰੇ ਉੱਚਾ, ਸਿਮਰਨ ਸਭ ਤੇ 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 ਉੱਚਾ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਆਏ ਮਿਲ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, 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 ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੀ ਸੰਗਤ ਕਿਰਪਾ ਕਰੋ, ਸੰਗੋ ਨਾ ਸੰਗਣਾ ਨਹੀਂ, ਸਾਰੇ ਪਿਆਰ ਵਿੱਚ ਆਓ। ਵਾਹਿਗੁਰੂ 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 ਹੋਰ ਕਿਰਪਾ ਕਰੋ, ਸਾਰੇ ਕਿਰਪਾ ਕਰੋ, ਕੋਈ ਰਸਨ ਨਾ ਵਾਂਝੀ ਨਾ ਰਵੇ।
ਰਚ ਰਚ ਤਾਕੋ ਕਰੂੰ ਸ਼ਿੰਗਾਰ, ਮੈਂ ਬੋਰੀ ਮੇਰਾ ਰਾਮ ਪਤਾਰ, ਮੈਂ ਬੋਰੀ ਮੇਰਾ ਰਾਮ ਪਤਾਰ, ਮੈਂ ਬੋਰੀ ਮੇਰਾ ਰਾਮ ਪਤਾਰ, ਮੈਂ ਬੋਰੀ ਮੇਰਾ ਰਾਮ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ, ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਗੁਰੂ ਗਰੀਬ ਨਵਾਜ, ਗੁਰੂ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੜੇ ਆਨੰਦ ਨਾਲ, ਬੜੇ ਪ੍ਰੇਮ ਨਾਲ ਜੁੜ ਮਿਲ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਰਹਿਮਤਾਂ ਕੀਤੀਆਂ ਨੇ। ਦਮਦਮੀ ਟਕਸਾਲ ਤਲਵੰਡੀ ਬਖਤਾ ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮਾਂ ਦੀ ਜੋ 10ਵੀਂ ਲੜੀ ਇਸ ਇਲਾਕੇ ਵਿੱਚ ਪ੍ਰਾਰੰਭ ਹੋਈ ਹੈ। ਅੱਜ ਤੀਸਰੇ ਦਿਨ ਦੇ ਦੀਵਾਨ ਨਗਰ ਪਿੰਡ ਠੱਕਰ ਸੰਧੂ ਵਿਖੇ ਇਸ ਪਵਿੱਤਰ ਦਰਬਾਰ ਵਿੱਚ ਸੱਜ ਰਹੇ ਨੇ। ਬੜੇ ਪਿਆਰ ਨਾਲ, ਬੜੇ ਉਤਸ਼ਾਹ ਨਾਲ, ਬੜੇ ਚਾਅ ਨਾਲ ਨਗਰ ਨਿਵਾਸੀ ਸੰਗਤਾਂ ਨੇ ਬਹੁਤ ਪਿਆਰ ਵਿੱਚ ਭਰ ਕੇ ਇਹ ਗੁਰਮਤਿ ਸਮਾਗਮ ਕਰਵਾਏ ਨੇ। ਸੰਧਿਆ ਤੋਂ ਲੈ ਕੇ ਆਪ ਜੀ ਸਤਿਗੁਰੂ ਜੀ ਦੀ ਬਾਣੀ ਨਾਲ ਜੁੜ ਰਹੇ ਹੋ। ਬੜੇ ਪਿਆਰ ਨਾਲ ਭਗਤ ਬਾਬਾ ਨਾਮਦੇਵ ਸਾਹਿਬ ਜੀ ਦੇ ਪਾਵਨ ਬਚਨ ਕੀਰਤਨ ਦੁਆਰਾ ਆਪਾਂ ਸਰਵਣ ਕੀਤੇ ਨੇ। ਨਾਲ ਨਾਲ ਬੜੇ ਆਨੰਦ ਨਾਲ ਸਿਮਰਨ ਵਿੱਚ ਹਾਜ਼ਰੀਆਂ ਲਵਾਈਆਂ ਨੇ। ਆਪਾਂ ਸ਼ਬਦ ਸਰਵਣ ਕਰ ਰਹੇ ਸੀ, ਮੈਂ ਬੌਰੀ ਮੇਰਾ ਰਾਮ ਪਤਾਰ। ਬੌਰੀ ਦਾ ਭਾਵ ਹੈ ਕਮਲੀ, ਝੱਲੀ। ਪਤਾਰ ਦਾ ਅਰਥ ਹੁੰਦਾ ਹੈ ਪਤੀ। ਬਾਬਾ ਨਾਮਦੇਵ ਸਾਹਿਬ ਨੇ ਆਪਣੇ ਆਪ ਨੂੰ ਵਿੱਚ ਰੱਖ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਆਪਣਾ ਪਤੀ ਕਿਹਾ ਹੈ ਔਰ ਆਪਣੀ ਨਿਮਾਣੀ ਨਿਤਾਣੀ ਜਿੰਦ ਨੂੰ ਇੰਨੀ ਨਿਮਰਤਾ ਵਿੱਚ ਬਾਬਾ ਨਾਮਦੇਵ ਸਾਹਿਬ ਆ ਗਏ, ਆਪਣੇ ਆਪ ਨੂੰ ਬੌਰਾ ਮੰਨਦੇ ਨੇ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਦੋਂ ਆਪਾਂ ਸਰਵਣ ਕਰਦੇ ਆਂ, ਪੜ੍ਹਦੇ ਆਂ, ਤੇ ਬਾਣੀ ਵਿੱਚ ਸਾਡੀ ਜਿੰਦ ਨੂੰ, ਸਾਡੀ ਜਿਹੜੀ ਆਤਮਾ ਹੈ, ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸਤਰੀ ਕਿਹਾ ਹੈ ਤੇ ਪਰਮਾਤਮਾ ਨੂੰ ਬਾਣੀ ਵਿੱਚ ਪਤੀ ਕਿਹਾ ਹੈ। ਇੱਕ ਤਾਂ ਸਾਡਾ ਬਾਹਰੀ ਰਿਸ਼ਤਾ ਹੈ ਨਾ, ਇੱਕ ਹੈ ਸਾਡਾ ਆਤਮਿਕ ਰਿਸ਼ਤਾ। ਜਿਹੜੀ ਜਿੰਦ ਸਰੀਰ ਵਿੱਚ ਹੈ ਤੇ ਨਿਕਲਣ ਤੋਂ ਬਾਅਦ ਆਪਾਂ ਕਹਿੰਦੇ ਮੌਤ ਹੋ ਗਈ, ਉਹ ਜਿਹੜੀ ਜਿੰਦ ਸਾਡੇ ਸਰੀਰ ਵਿੱਚੋਂ ਨਿਕਲਦੀ ਹੈ, ਜਿਹਦੇ ਤੋਂ ਬਾਅਦ ਸਰੀਰ ਮੁਰਦਾ ਹੋ ਜਾਂਦਾ ਹੈ, ਉਸ ਆਤਮਾ ਨੂੰ, ਉਸ ਜਿੰਦ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਇਸਤਰੀ ਕਿਹਾ ਹੈ, ਪਤਨੀ ਕਿਹਾ ਹੈ।
ਤੇ ਇਹਦਾ ਪਤੀ ਕੌਣ ਹੈ? ਇਹਦਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ। ਮੈਂ ਬੌਰੀ ਮੇਰਾ RAM ਪਧਾਰ, ਰਚ ਰਚ ਤਾਕਉ ਕਰੋ ਸ਼ਿੰਗਾਰ। ਬਾਬਾ ਨਾਮਦੇਵ ਸਾਹਿਬ ਕਹਿੰਦੇ, ਪਿਆਰਿਆ, ਜੇ ਮਾਲਕ ਦੀ ਇਬਾਦਤ ਕਰਨੀ ਹੈ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਸਭ ਤੋਂ ਪਹਿਲੋਂ ਆਪਣਾ ਸੁਭਾਅ ਇਹਨੂੰ ਬਦਲ ਦੇ, ਆਪਣੀ ਮਤ ਨੂੰ ਛੱਡ ਦੇ। ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਆਪਾਂ ਪੜ੍ਹਦੇ, ਗੁਰ ਕੀ ਮਤ ਤੂੰ ਲੇਹ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਮੱਥਾ ਟੇਕਣ ਤੋਂ ਭਾਵ ਵੀ ਇਹ ਹੈ, ਜਦੋਂ ਆਪਾਂ ਮੱਥਾ ਟੇਕਦੇ ਗੁਰਦੁਆਰਾ ਸਾਹਿਬ ਆਉਂਦੇ ਹਾਂ ਤੇ ਮੱਥਾ ਟੇਕਣਾ ਕੱਲੀ ਕੋਈ ਰਹੁ ਰੀਤ ਨਹੀਂ ਹੈਗੀ ਵੀ ਮੱਥਾ ਟੇਕਣਾ ਹੀ ਟੇਕਣਾ ਹੈ। ਮੱਥਾ ਟੇਕਣ ਦਾ ਬੜਾ ਵੱਡਾ ਭਾਵ ਹੈ। ਮੱਥਾ ਟੇਕਣ ਦਾ ਭਾਵ ਹੈ ਆਤਮ ਸਮਰਪਣ ਕਰਨਾ। ਜਦੋਂ ਆਪਾਂ ਝੁਕਦੇ ਹਾਂ, ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਾਹਮਣੇ ਆਪਣਾ ਸੀਸ ਰੱਖਦੇ ਹਾਂ, ਮੱਥਾ ਟੇਕ ਦਿੰਦੇ ਹਾਂ, ਉਹਦਾ ਭਾਵ ਹੈ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ। ਉਸੇ ਵੇਲੇ ਆਪਣੇ ਮਨ ਦੇ ਖਿਆਲ, ਆਪਣੇ ਮਨ ਦੀ ਮਤ, ਇਹ ਸਭ ਕੁਝ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰੱਖ ਦਿੱਤੀ। ਇੱਥੋਂ ਜਦੋਂ ਫਿਰ ਮੱਥਾ ਚੁੱਕਣਾ ਹੈ, ਜਦੋਂ ਉੱਠਣਾ ਹੈ, ਉਦੋਂ ਗੁਰੂ ਸਾਹਿਬ ਜੀ ਦੀ ਮੱਤ ਲੈ ਕੇ ਉੱਠਣਾ ਹੈ, ਆਪਣੀ ਉੱਥੇ ਹੀ ਛੱਡ ਦੇਣੀ। ਜਿੱਦਾਂ ਆਪਾਂ ਜੇਬ ਚੋਂ ਕੱਢ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਹੀ ਮਾਇਆ ਭੇਟਾ ਕਰਦੇ ਆ ਨਾ, ਤੇ ਉਹ ਮਾਇਆ ਵਿੱਚ ਪਾ ਦਿੰਨੇ ਗੋਲਕ ਦੇ, ਉਹ ਮੁੜ ਕੇ ਚੁੱਕਦੇ ਨਹੀਂ ਆਪਾਂ। ਇਦਾਂ ਮਨ ਵੀ, ਮਤ ਵੀ ਜਿਹੜੀ ਹੈ ਨਾ, ਉਹ ਵੀ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਦੇਣੀ ਹੈ, ਉਹ ਵੀ ਨਹੀਂ ਮੁੜ ਕੇ ਚੁੱਕਣੀ। ਆਪਣੇ ਮਨ ਦੇ ਖਿਆਲਾਤ ਜਿਹੜੇ ਨੇ, ਆਪਣੇ ਮਨ ਦਾ ਜਿਹੜਾ ਸੁਭਾਅ ਹੈ, ਉਹ ਵੀ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਦੇਣਾ, ਉਹ ਵੀ ਮੁੜ ਕੇ ਚੁੱਕਣਾ ਨਹੀਂ। ਉਥੋਂ ਚੁੱਕਣਾ ਕੀ ਹੈ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼, ਗਿਆਨ, ਗੁਰ ਕੀ ਮੱਤ। ਜਦੋਂ ਆਪਾਂ ਬਾਹਰ ਸੰਸਾਰ ਵਿੱਚ ਵਿਚਰਦੇ ਹਾਂ ਤੇ ਜਗਤ ਵਿੱਚ ਵਿਚਰਦੇ ਹਾਂ, ਦੁਨੀਆਦਾਰੀ 'ਚ ਵਿਚਰਦੇ ਹਾਂ, ਲੋਕਾਂ 'ਚ ਵਿਚਰਦੇ ਹਾਂ, ਹੋ ਸਕਦਾ ਹੈ ਆਪਾਂ ਆਪਣੇ ਆਪ ਨੂੰ ਅਕਲਮੰਦ, ਸਿਆਣੇ, ਬਹੁਤ ਸੁਲਝੇ ਹੋਏ ਮੰਨਦੇ ਹੋਈਏ, ਪਰ ਜਿਸ ਵੇਲੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਆ ਜਾਣਾ ਹੈ, ਉਦੋਂ ਫਿਰ ਇੱਥੇ ਆ ਕੇ ਨਿਮਾਣੇ ਹੋ ਜਾਣਾ। ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ, ਕਹਿਣ ਤੋਂ ਭਾਵ ਜਿਹੜਾ ਗੁਰਦੁਆਰੇ ਆ ਕੇ ਵੀ ਆਪਣੀ ਮਨ ਦੀ ਮੱਤ ਵਰਤਦਾ ਹੈ, ਇੱਥੇ ਆਪਣੀ ਚਲਾਉਣ ਪੈਂਦਾ ਹੈ, ਉਹ ਗੁਰੂ ਦੇ ਦਰ ਤੋਂ ਕੁਝ ਖੱਟ ਨਹੀਂ ਸਕਦਾ, ਖਾਲੀ ਦਾ ਖਾਲੀ ਰਹਿੰਦਾ ਹੈ, ਉਹਦੇ ਪੱਲੇ ਕੁਝ ਨਹੀਂ ਪੈਂਦਾ। ਇੱਥੇ ਆ ਕੇ ਗੁਰੂ ਸਾਹਿਬ ਜੀ ਦੀ ਮੱਤ ਨੂੰ ਧਾਰਨ ਕਰਨਾ, ਜਿਨਨੇ ਨਿਮਰਤਾ ਦੇ ਨਾਲ, ਨਿਰਮਾਣਤਾ ਦੇ ਨਾਲ ਗੁਰੂ ਦੇ ਦਰ ਦੀ ਸੇਵਾ ਕੀਤੀ ਹੈ, ਸੰਗਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਉਹਨਾਂ ਦੀਆਂ ਝੋਲੀਆਂ ਭਰ ਗਈਆਂ ਇਸ ਦਰ ਤੋਂ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਮੈਂ ਬੇਨਤੀ ਕਰਾਂ, ਪਿਰਥੀ ਚੰਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਨੇ, ਪਰ ਆਪਣੀ ਮਨ ਦੀ ਮੱਤ ਨਹੀਂ ਛੱਡੀ, ਆਪਣੇ ਹਿਰਦੇ ਦਾ ਹੰਕਾਰ ਨਹੀਂ ਛੱਡਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੇਵਲ ਆਪਣਾ ਪਿਤਾ ਜਾਣਿਆ ਤੇ ਗੁਰੂ ਘਰ ਦੇ ਉੱਪਰ ਰਿਸ਼ਤੇ ਕਰਕੇ ਆਪਣਾ ਹੱਕ ਜਿਤਾਇਆ, ਤੇ ਅਖੀਰ ਦੇ ਅਖੀਰ ਪੱਲੇ ਕੁਝ ਵੀ ਨਾ ਪਿਆ। ਜਿਨ੍ਹਾਂ ਨੇ
ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਰਮੇਸ਼ਰ ਕਰਕੇ ਜਾਣਿਆ, ਗੁਰੂ ਕੀ ਸੰਗਤ ਦੀ ਰੱਬ ਰੂਪ ਸਮਝ ਕੇ ਸੇਵਾ ਕੀਤੀ ਔਰ ਆਪਣੇ ਮਨ ਦੇ ਖਿਆਲਾਤ ਕਦੀ ਭਾਰੂ ਨਹੀਂ ਪੈਣ ਦਿੱਤੇ। ਨਿਮਰਤਾ ਵਿੱਚ ਰਹਿ ਕੇ ਗੁਰੂ ਦੇ ਦਰ ਦੀ ਸੇਵਾ ਕਮਾਈ। ਇੰਨਾ ਪਿਆਰ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ, ਕਹਿੰਦੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਹ ਅਵਸਥਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਫਿਰ ਕਹਿੰਦੇ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਚਿਰ ਹੋਆ ਦੇਖੇ ਸਾਰਿੰਗ ਪਾਣੀ। ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਉ ਘੋਲੀ ਹਉ ਘੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਇੰਨਾ ਪਿਆਰ, ਫਿਰ ਉਹ ਪਿਆਰ ਇੰਨਾ ਵੱਧ ਗਿਆ। ਫਿਰ ਲਾਹੌਰ ਤੋਂ ਬੈਠੇ ਬਚਨ ਉਚਾਰਨ ਕਰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ। ਮੋਹਿ ਰੈਣ ਨਾ ਵਿਹਾਵੈ, ਨੀਂਦ ਨਾ ਆਵੈ। ਇੰਨਾ ਪਿਆਰ ਬਣ ਗਿਆ ਗੁਰੂ ਨਾਲ। ਮੈਂ ਬੇਨਤੀ ਕਰਾਂ, ਹੋ ਸਕਦਾ ਹੈ ਸਾਡਾ ਸੰਸਾਰ ਵਿੱਚ ਰਹਿੰਦਿਆਂ ਕਿਸੇ ਸਰੀਰ ਨਾਲ ਇਦਾਂ ਦਾ ਪ੍ਰੇਮ ਹੋਵੇ। ਮਾਤਾ ਦਾ ਪੁੱਤਰ ਨਾਲ ਹੋ ਸਕਦਾ ਹੈ, ਪੁੱਤਰ ਦਾ ਮਾਂ ਨਾਲ ਹੋ ਸਕਦਾ ਹੈ, ਪਿਤਾ ਨਾਲ ਹੋ ਸਕਦਾ ਹੈ, ਭੈਣ ਭਰਾਵਾਂ ਦਾ ਇਦਾਂ ਦਾ ਪਿਆਰ ਹੁੰਦਾ ਹੈ। ਪਰ ਇਦਾਂ ਦੀ ਅਵਸਥਾ ਬਣ ਜਾਣੀ ਕਿ ਗੁਰੂ ਨਾਲ ਇਦਾਂ ਦਾ ਪਿਆਰ ਬਣ ਜਾਣਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ। ਬਿਨ ਦੇਖੇ ਗੁਰ ਦਰਬਾਰੇ ਜੀਓ। ਫਿਰ ਭਾਗ ਲੱਗੇ। ਆਪਾਂ ਤੇ ਕਹੀ ਜਾਂਦੇ ਆ, ਸਾਡੇ ਬਹੁਤੇ ਜਿਹੜੇ ਆਪਣੇ ਆਪ ਨੂੰ ਅੱਜ ਅਗਾਂਹ ਵਧੂ ਸਮਝੀ ਜਾਂਦੇ, ਉਹ ਕਹਿੰਦੇ ਗੁਰਦੁਆਰੇ ਜਾਣਾ ਤੇ ਵਿਹਲਿਆਂ ਦਾ ਕੰਮ ਹੈ, ਅਸੀਂ ਤੇ ਬਿਜੀ ਲੋਕ ਹਾਂ, ਸਾਡਾ ਸ਼ਡਿਊਲ ਬੜਾ ਬਿਜੀ ਹੈ, ਕਾਰੋਬਾਰ ਹੀ ਇੰਨਾ ਹੈ। ਮੈਂ ਬੇਨਤੀ ਕਰਾਂਗਾ ਸਿੱਖਾ, ਜੇ ਗੁਰਦੁਆਰਾ ਸਾਹਿਬ ਪਹੁੰਚਿਆ ਨਾ ਜਾਵੇ, ਇਹ ਨਾ ਸਮਝੀ ਵੀ ਮੇਰਾ ਸ਼ਡਿਊਲ ਬੜਾ ਬਿਜੀ ਹੈ, ਇਹ ਸਮਝੀ ਮੇਰੇ ਭਾਗ ਬੜੇ ਮਾੜੇ ਨੇ। ਤੇ ਮਹਾਰਾਜ ਬਾਣੀ ਚ ਕਹਿੰਦੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਇਹ ਨਾ ਕਿਤੇ ਮਾਣ ਕਰ ਲਈਏ ਸਾਡੇ ਕੋਲ ਟਾਈਮ ਹੀ ਹੈ ਨਹੀਂ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ ਜਾਂਦੇ। ਆ ਫਲਾਣਾ ਤੇ ਵਿਹਲਾ ਤਾਂ ਉੱਥੇ ਵੜਿਆ ਰਹਿੰਦਾ ਜਾ ਕੇ। ਇਹ ਨਾ ਸਮਝੀ ਕਿਤੇ, ਇਹ ਸਮਝੀ ਤੇਰੇ ਕਰਮਾਂ ਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਨੇ ਕਰਮ ਹੀ ਨਹੀਂ ਹੈਗੇ ਕਿ ਤੂੰ ਗੁਰੂ ਦੇ ਜਾ ਕੇ ਦੀਦਾਰ ਕਰ ਸਕੇ। ਗੁਰੂ ਅਰਜਨ ਦੇਵ ਤੇ ਮਹਾਰਾਜ ਕਹਿੰਦੇ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ। ਬਿਨ ਦੇਖੇ ਗੁਰ ਦਰਬਾਰੇ ਜੀਓ। ਮੈਨੂੰ ਤੇ ਰਾਤ ਨੂੰ ਮਹਾਰਾਜ ਕਹਿੰਦੇ ਨੀਂਦ ਨਹੀਂ ਆਉਂਦੀ, ਮੇਰੀਆਂ ਤੇ ਰਾਤਾਂ ਨਹੀਂ ਲੰਘਦੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ, ਕਿਉਂਕਿ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਗੁਰੂ ਰਾਮਦਾਸ ਮਹਾਰਾਜ ਪਿਤਾ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਇਦਾਂ ਦਾ ਪਿਆਰ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੁਰਖਾ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ, ਤੂੰ ਤੇ ਚਲਿਆ ਜਾ। ਸੀਸ ਝੁਕਾਇਆ ਤੇ ਥੋੜਾ ਜਿਹਾ ਪਿੱਛੇ ਹੋ ਗਏ। ਥੋੜੇ ਸਮੇਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਨਿਗਾਹ ਮਾਰੀ ਤੇ ਕਹਿਣ ਲੱਗੇ, ਭਾਈ ਪੁਰਖਾ ਤੂੰ ਗਿਆ ਨਹੀਂ ਅਜੇ, ਚਲਿਆ ਜਾ। ਫਿਰ ਥੋੜਾ ਜਿਹਾ ਪਿੱਛੇ ਹੋ ਕੇ ਹਟ ਗਏ। ਤੀਜੀ ਵਾਰ ਮਹਾਰਾਜ ਜੀ ਨੇ ਬਚਨ ਕੀਤਾ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਮੇਰਾ ਥਾਂ ਹੀ ਕੋਈ ਨਹੀਂ, ਦੱਸੋ ਜਾਵਾਂ ਕਿੱਥੇ। ਇਹ ਹੈ ਪਿਆਰ ਗੁਰੂ ਨਾਲ। ਜਦੋਂ ਸਿੱਖ ਇਦਾਂ ਗੁਰੂ ਨਾਲ ਪਿਆਰ ਕਰਦਾ ਹੈ ਨਾ, ਫਿਰ ਉਹ ਸਮਾਂ ਆਉਂਦਾ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਂਹ ਤੋਂ ਪਕੜ ਕੇ ਆਪਣੇ ਸਿੰਘਾਸਨ ਤੇ ਸੁਸ਼ੋਭਿਤ ਕਰ ਦਿੰਦੇ ਨੇ ਆਪਣੇ ਤੇ ਜਿਸ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਰਾ ਸੰਸਾਰ ਝੁਕਿਆ, ਖੰਡਾਂ ਬ੍ਰਹਮੰਡਾਂ ਦੇ ਲੋਕਾਂ ਨੇ ਨਮਸਕਾਰਾਂ ਕੀਤੀਆਂ,
ਚਾਹੇ ਕੋਈ ਬਾਬਰ ਵਰਗਾ ਰਾਜਾ ਹੈ, ਚਾਹੇ ਕੋਈ ਕੌਡੇ ਵਰਗਾ ਰਾਖਸ਼ ਹੈ, ਚਾਹੇ ਕੋਈ ਵਲੀ ਕੰਧਾਰੀ ਵਰਗਾ ਹੰਕਾਰੀ ਹੈ, ਮਲਕ ਭਾਗੋ ਵਰਗਾ ਅਮੀਰ ਹੈ, ਗੋਪਾਲ ਦੱਤ ਪੰਡਤ ਵਰਗੇ ਵਿਦਵਾਨ ਲੋਕ ਨੇ, ਮੱਕੇ ਮਹਕਾਬੇ ਵਿੱਚ ਰਹਿਣ ਵਾਲੇ ਵੱਡੇ ਵੱਡੇ ਮੁੱਲਾਂ ਤੇ ਕਾਜੀ ਨੇ, ਚਾਹੇ ਪਰਬਤਾਂ ਤੇ ਰਹਿਣ ਵਾਲੇ ਜੋਗੀ, ਕੁੰਦਰਾਂ ਵਿੱਚ ਪਰਬਤਾਂ ਤੇ ਰਹਿਣ ਵਾਲੇ ਸਿੱਧ, ਕੁੰਦਰਾਂ 'ਚ ਰਹਿਣ ਵਾਲੇ ਜੋਗੀ ਨੇ, ਸਿੱਧ ਨੇ, ਕੋਈ ਵੀ ਹੈ, ਸਭ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ 'ਚ ਇੱਕ ਦਿਨ ਢਹਿ ਪਏ। ਪਰ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਰੱਖ ਦਿੱਤਾ, ਮੱਥਾ ਟੇਕਿਆ, ਪ੍ਰਕਰਮਾਂ ਕੀਤੀਆਂ ਗੁਰੂ ਅੰਗਦ ਦੇ ਮਹਾਰਾਜ ਜੀ ਦੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਖਤ ਦੇ ਦਿੱਤਾ। ਭਾਈ ਸੱਤਾ, ਭਾਈ ਬਲਵੰਡ ਗੁਰਬਾਣੀ ਚ ਉਚਾਰਨ ਕਰਦੇ ਨੇ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਪਰਿਕਰਮਾ ਕਰਕੇ ਉਹਨਾਂ ਨੂੰ ਮੱਥਾ ਟੇਕ ਦਿੱਤਾ। ਮੈਂ ਬੇਨਤੀ ਕਰਾਂ, ਸਨ 1699 ਦੀ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਸ ਮੰਗਿਆ ਤੇ ਪੰਜਾਂ ਨੇ ਸੀਸ ਅਰਪਿਤ ਕੀਤੇ। ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ। ਜਿਸ ਕਲਗੀਆਂ ਵਾਲੇ ਦੇ ਦਰ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਖਲੋ ਕੇ ਝੋਲੀਆਂ ਅੱਡਦੇ ਸਨ ਤੇ ਸਭ ਦੀਆਂ ਝੋਲੀਆਂ ਭਰਦੀਆਂ ਸੀ ਸ਼ਾਹੇ ਸ਼ਹਿਨਸ਼ਾਹ ਮਹਾਰਾਜ ਜੀ ਦੇ ਚਰਨਾਂ ਚੋਂ। ਜਿੱਦਣ ਮਹਾਰਾਜ ਜੀ ਨੇ ਖਾਲਸਾ ਸਜਾਇਆ, ਉਦਣ ਕਲਗੀਆਂ ਵਾਲੇ ਨੇ ਵੀ ਆਪਣੀ ਝੋਲੀ ਵਿਛਾਈ। ਸੰਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਹੱਥ ਅੱਡਦਾ ਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੇ ਅੱਗੇ ਹੱਥ ਅੱਡੇ ਤੇ ਬੇਨਤੀ ਕੀਤੀ, ਕਹਿਣ ਲੱਗੇ, ਦਇਆ ਸਿੰਘ ਜੀ, ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦਇਆ ਰਾਮ ਤੋਂ ਦਇਆ ਸਿੰਘ ਹੋ ਗਏ, ਧਰਮ ਚੰਦ ਤੋਂ ਧਰਮ ਸਿੰਘ ਹੋ ਗਏ। ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਤੇ ਬਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਆਪਣਾ ਗੁਰੂ ਬਣਾ ਲਿਆ। ਆਪ ਹੀ ਖਾਲਸੇ ਦੀ ਰਚਨਾ ਕੀਤੀ, ਸਿਰਜਿਆ, ਆਪ ਰਹਿਤ ਬਖਸ਼ਿਸ਼ ਕਰਕੇ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਗੁਰੂ ਕਹਿ ਦਿੱਤਾ। ਭਾਈ ਗੁਰਦਾਸ ਸਿੰਘ ਕਹਿੰਦੇ ਨੇ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਸੀ, ਜਪਜੀ ਸਾਹਿਬ ਜੀ ਦੀ ਬਾਣੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਇਹ ਪੰਜਾਂ ਦੀ ਪ੍ਰਧਾਨਤਾ, ਇਹਨਾਂ ਪੰਜਾਂ ਦੀ ਅਗਵਾਈ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਧੰਨ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪੰਥ ਸਾਜਿਆ। ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਕਿਉਂ ਕਿਹਾ? ਸਿੱਧ ਜਦੋਂ ਪੁੱਛਦੇ ਨੇ ਨਾ ਗੁਰੂ ਨਾਨਕ ਮਹਾਰਾਜ ਜੀ ਨੂੰ, ਤੁਹਾਡਾ ਗੁਰੂ ਕੌਣ ਹੈ? ਤੇ ਗੁਰੂ ਨਾਨਕ ਮਹਾਰਾਜ ਜੀ ਨੇ ਬਾਣੀ ਦੁਆਰਾ ਬਚਨ ਕੀਤੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ, ਸ਼ਬਦ ਮੇਰਾ ਗੁਰੂ ਹੈ। ਸ਼ਬਦ ਤੋਂ ਭਾਵ ਗੁਰਬਾਣੀ, ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਗੁਰਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਮੰਨ ਲਿਆ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸਾਰੀ ਬਾਣੀ ਇਕੱਤਰ ਕਰਕੇ ਇਸ ਸਰੂਪ ਦੀ ਸੰਪਾਦਨਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇੱਕ ਦਿਨ ਬਚਨ ਕਰ ਦਿੱਤਾ, ਕਹਿਣ ਲੱਗੇ, ਅੱਜ ਤੋਂ ਬਾਅਦ ਕੋਈ ਸਰੀਰ ਗੁਰੂ ਨਹੀਂ ਹੋਵੇਗਾ। ਅੱਜ ਤੋਂ ਬਾਅਦ
ਤੇ ਬਚਨ ਕੀਤੇ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਮਹਾਰਾਜ ਕਹਿੰਦੇ ਦਸਾਂ ਸਰੂਪਾਂ ਦੀ ਪ੍ਰਗਟ ਰੂਪ ਵਿੱਚ ਦੇ ਭਾਵ ਪ੍ਰਤੱਖ ਸਰੀਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਬੜੇ ਭੁਲੇਖੇ ਪਾਉਂਦੇ ਨੇ ਵੀ ਜੇ ਕਿਤੇ ਆਪਣੇ ਮਨ ਦੀ ਕੋਈ ਗੱਲ ਕਰਨੀ ਹੋਵੇ, ਕੋਈ ਮਨ ਦਾ ਸਵਾਲ ਕਰਨਾ ਹੋਵੇ, ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ, ਕੋਈ ਮਨ 'ਚ ਵਲਵਲਾ ਹੁੰਦਾ ਸੀ, ਮਹਾਰਾਜ ਨਾਲ ਗੱਲ ਕਰ ਲੈਂਦੇ ਸੀ ਸਿੱਧੀ, ਮਹਾਰਾਜ ਆ ਕਿਵੇਂ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਤੇ ਬਚਨ ਕਰ ਦਿੱਤਾ, ਅੱਜ ਤੋਂ ਬਾਅਦ ਕੋਈ ਦੇਹ ਗੁਰੂ ਨਹੀਂ ਹੋਵੇਗੀ, ਕੋਈ ਸਰੀਰ ਗੁਰੂ ਨਹੀਂ ਹੋਵੇਗਾ, ਤੇ ਮਨ 'ਚ ਸਵਾਲ ਉੱਠਦਾ ਹੈ ਵੀ ਅੱਜ ਜੇ ਸਾਡਾ ਮਨ ਕਰੇ ਵੀ ਜਿਵੇਂ ਉਸ ਵੇਲੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਗੱਲਬਾਤ ਬਚਨ ਕਰ ਲੈਂਦੇ ਸਨ, ਗੁਰੂ ਨਾਨਕ ਮਹਾਰਾਜ ਜੀ ਨਾਲ ਬਚਨ ਕਰ ਲੈਂਦੇ ਸਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਉਪਦੇਸ਼ ਲੈ ਲੈਂਦੇ ਸਨ, ਜੇ ਅੱਜ ਮਨ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਕਿਵੇਂ ਗੱਲਬਾਤ ਕੀਤੀ ਜਾ ਸਕਦੀ। ਤੇ ਸਾਡੀ ਇਸ ਅਣਜਾਣਤਾ ਦਾ ਫਾਇਦਾ ਕਈ ਲੋਕ ਲੈਂਦੇ ਨੇ, ਉਹ ਫਿਰ ਕਹਿੰਦੇ ਨੇ ਵੀ ਦੇਹ ਵੀ ਹੋਣੀ ਚਾਹੀਦੀ ਹੈ, ਉਹਨਾਂ ਚਿਰ ਗੱਲ ਨਹੀਂ ਬਣਦੀ। ਜੇ ਕੋਈ ਗੱਲਬਾਤ ਕਰਨੀ ਹੋਵੇ ਕਿਵੇਂ ਕਰੇ। ਮੈਂ ਬੇਨਤੀ ਕਰਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਜਿਵੇਂ ਤੁਸੀਂ ਸਾਡੀ ਅਗਵਾਈ ਕਰਦੇ ਹੋ, ਸਦਾ ਹਾਜ਼ਰ ਨਾਜ਼ਰ ਵਰਤਦੇ ਹੋ, ਮੱਖਣ ਸ਼ਾਹ ਦਾ ਡੁੱਬਦਾ ਬੇੜਾ ਤੁਸੀਂ ਮੋਢਾ ਲਾ ਕੇ ਬੰਨੇ ਲਾਇਆ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਾਡੀ ਏਦਾਂ ਅਗਵਾਈ ਕਰਨਗੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਵੀ ਅਸੀਂ ਨਹੀਂ ਦੱਸਣਾ, ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਹੀ ਦੱਸਣਗੇ ਤੁਹਾਨੂੰ। ਮਹਾਰਾਜ ਉਹ ਕਿਵੇਂ? ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਹੁਕਮਨਾਮਾ ਸਾਹਿਬ ਲਓ। ਜਦੋਂ ਹੁਕਮਨਾਮਾ ਸਾਹਿਬ ਆਇਆ ਤੇ ਬਚਨ ਆਏ, ਅਬ ਮੋਹਿ ਜੀਵਨ ਪਦਵੀ ਪਾਈ, ਤੇ ਜਿਉਂ-ਜਿਉਂ ਬਚਨ ਪੜ੍ਹਦੇ ਨੇ ਵਿੱਚ ਬਚਨ ਆਏ, ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਭਇਓ ਦੁਰਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਸਿੱਖਾ ਅਸੀਂ ਤੇਰੇ ਸਦਾ ਹਾਜ਼ਰ ਨਾਜ਼ਰ ਵਰਤਾਂਗੇ, ਕਦੀ ਤੇਰੇ ਤੋਂ ਦੂਰ ਨਹੀਂ ਹੋਵਾਂਗੇ। ਨਨਕਾਣਾ ਸਾਹਿਬ ਤੇ ਕਬਜ਼ਾ ਏ ਨਰੈਣੂ ਮਹੰਤ ਦਾ, ਉੱਥੇ ਸ਼ਰਾਬਾਂ ਪੀਣ ਲੱਗ ਪਿਆ। ਉੱਥੇ ਨਨਕਾਣਾ ਸਾਹਿਬ ਦੀ ਹਦੂਦ ਦੇ ਅੰਦਰ ਨਾਚ ਹੋਣ ਲੱਗ ਪਏ, ਸ਼ਰਾਬਾਂ ਦੇ ਕਬਾਬਾਂ ਦੇ ਦੌਰ ਚੱਲ ਪਏ। ਪੰਥ ਵਿੱਚ ਬੜਾ ਰੋਸ ਆਇਆ ਤੇ ਅਖੀਰ ਪੰਥ ਨੇ ਸਲਾਹ ਕੀਤੀ ਕਿ ਨਰੈਣੂ ਮਹੰਤ ਦੇ ਕੋਲੋਂ ਉਥੋਂ ਦਾ ਕਬਜ਼ਾ ਛਡਾਉਣਾ ਹੈ, ਨਨਕਾਣਾ ਸਾਹਿਬ ਜੀ ਦੀ ਪਵਿੱਤਰਤਾ ਮੁੜ ਬਹਾਲ ਕਰਨੀ ਹੈ। ਤੇ ਪਹਿਲਾ ਜਥਾ ਭਾਈ ਲਛਮਣ ਸਿੰਘ ਜੀ ਪਿੰਡ ਧਾਰੋਵਾਲੀ, ਉਹਨਾਂ ਦੀ ਜਥੇਦਾਰੀ 'ਚ ਪਹਿਲਾ ਜਥਾ ਚੱਲਣਾ ਹੈ। ਡਿਊਟੀ ਲੱਗ ਗਈ ਪੰਥ ਵੱਲੋਂ, ਕੱਲ ਨੂੰ ਜਥਾ ਜਾਣਾ ਹੈ ਤੇ ਅੱਜ ਸ਼ਾਮਾਂ ਘਰੇ ਬੈਠੇ ਨੇ ਭਾਈ ਲਛਮਣ ਸਿੰਘ, ਤੇ ਮਨ 'ਚ ਵਿਚਾਰ ਆਇਆ, ਕੁਦਰਤੀ ਗੱਲ ਹੈ, ਮਨ 'ਚ ਵਿਚਾਰ ਆਇਆ ਵੀ ਕੱਲ ਨੂੰ ਨਨਕਾਣਾ ਸਾਹਿਬ ਜਾਣਾ ਹੈ। ਤੇ ਮਾਹੌਲ ਦਾ ਪਤਾ ਸੀ ਵੀ ਉੱਥੇ ਕੀ ਮਾਹੌਲ ਹੈ, ਅੰਗਰੇਜ਼ ਸਰਕਾਰ ਪਿੱਛੇ ਖੜੀ ਹੈ। ਅੱਜ ਜੇ ਅਸੀਂ ਵੀ ਜਾਣਾ ਹੋਵੇ ਵੀ ਉੱਥੇ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਪੁੱਛੀਏ ਵੀ 328 ਸਰੂਪ ਕਿੱਥੇ ਹੈ, ਤੇ ਸਾਨੂੰ ਸੋਚ ਕੇ ਜਾਣਾ ਹੀ ਪਊਗਾ ਨਾ ਵੀ ਉਹਨਾਂ ਨੇ ਗਾੜੀਆਂ ਡਾਂਗਾ ਮਾਰਨੀਆਂ ਆਪਣੇ। ਉਹਨਾਂ ਨੇ ਵੀ ਪ੍ਰਬੰਧ ਕੀਤਾ ਪੂਰਾ, ਉਸੇ ਵੇਲੇ ਚਲਾ ਦਿੰਦੇ ਡਾਂਗ, ਕਹਿੰਦੇ ਆਓ ਆਓ ਤੁਹਾਨੂੰ ਦੱਸੀਏ 328 ਸਰੂਪ ਕਿੱਥੇ ਹੈ। ਭਾਈ ਲਛਮਣ ਸਿੰਘ ਦੇ ਮਨ 'ਚ ਵੀ ਵਿਚਾਰ ਆਈ ਵੀ ਕੱਲ ਨੂੰ ਜਾਣਾ ਉੱਥੇ, ਅੰਗਰੇਜ਼ ਸਰਕਾਰ ਨਰੈਣੂ ਦੇ ਮਗਰ ਕੱਢੀ ਹੈ, ਤੇ ਹੋਵੇਗਾ ਕੀ ਜਦੋਂ ਕੱਲ ਨੂੰ ਜਾਵਾਂਗੇ, ਕੀ ਵਰਤੇਗਾ ਉੱਥੇ, ਸੰਗਤ ਨੂੰ ਲੈ ਕੇ ਜਾਣਾ ਹੈ।
ਫਿਰ ਮਨ 'ਚ ਖਿਆਲ ਆਇਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛ ਲਈਏ। ਅਰਦਾਸ ਕੀਤੀ, ਅਰਦਾਸ ਵਿੱਚ ਬਚਨ ਕੀਤੇ, ਮਹਾਰਾਜ ਕੱਲ ਨੂੰ ਆਪ ਜੀ ਦੇ ਦਰਬਾਰ 'ਚ ਜਾਣਾ ਹੈ, ਨਨਕਾਣਾ ਸਾਹਿਬ। ਸੱਚੇ ਪਾਤਸ਼ਾਹ ਜੀ ਮਿਹਰ ਕਰੋ, ਕਿਰਪਾ ਕਰੋ, ਕੱਲ ਨੂੰ ਕੀ ਵਰਤਾਰਾ ਵਰਤੇਗਾ ਉੱਥੇ। ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲਿਆ। ਹੁਕਮਨਾਮਾ ਸਾਹਿਬ ਪੰਜਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਇਆ ਤੇ ਬਚਨ ਆਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿੱਚ ਆਈ। ਤੇ ਜਿਉਂ-ਜਿਉਂ ਹੁਕਮਨਾਮਾ ਲੈ ਰਹੇ ਨੇ ਤੇ ਬਚਨ ਆ ਗਏ। ਬਚਨ ਕੀ ਆਏ? ਜਦੋਂ ਉਹ ਪਾਵਨ ਬਾਣੀ ਦੇ ਬਚਨ ਆਏ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਭਾਈ ਲਛਮਣ ਸਿੰਘ ਜੀ ਨੂੰ ਸਮਝ ਆ ਗਈ ਕੱਲ ਨੂੰ ਸ਼ਹੀਦੀ ਹੋਵੇਗੀ ਉੱਥੇ। ਕੀ ਬਚਨ ਆਏ? ਤਨ ਮਨ ਕਾਟ, ਮਤਲਬ ਉੱਥੇ ਤਨ ਕਟਵਾਉਣਾ ਪੈ ਸਕਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਅਰਦਾਸ ਵਿੱਚ ਬੇਨਤੀ ਕੀਤੀ ਨਾ ਸਿੱਖ ਨੇ ਵੀ ਮਹਾਰਾਜ ਕੱਲ ਨੂੰ ਕੀ ਹੋਵੇਗਾ। ਵੇਖੋ ਗੁਰੂ ਬੋਲਦਾ, ਕੌਣ ਕਹਿੰਦਾ ਹੈ? ਜਦੋਂ ਕੋਈ ਕਵੇ ਨਾ ਗੁਰੂ ਬੋਲਦਾ ਨਹੀਂ, ਉਹਨੂੰ ਆ ਬਚਨ ਸੁਣਾਇਆ ਕਰੋ। ਅੱਜ ਵੀ ਕਿਸੇ ਦੇ ਮਨ 'ਚ ਇਦਾਂ ਦਾ ਖਿਆਲ ਹੋਵੇ, ਉਹ ਹੁਕਮਨਾਮਾ ਸਾਹਿਬ ਸਰਵਣ ਕਰ ਸਕਦਾ ਹੈ। ਸਿੱਖ ਦੇ ਹਰੇਕ ਪ੍ਰਸ਼ਨ ਦਾ ਜਵਾਬ ਹੁਕਮਨਾਮਾ ਸਾਹਿਬ ਦੇ ਵਿੱਚ ਨੇ, ਬਾਣੀ ਵਿੱਚ ਨੇ। ਤੇ ਅਗਲਾ ਬਚਨ ਆਇਆ, ਵਿੱਚ ਅਗਨੀ ਆਪ ਜਲਾਈ। ਭਾਈ ਲਛਮਣ ਸਿੰਘ ਨੇ ਹੁਕਮਨਾਮਾ ਸਾਹਿਬ ਲੈ ਕੇ ਫਿਰ ਪਰਿਵਾਰ ਨੂੰ ਕਿਹਾ, ਕਹਿੰਦੇ ਕੱਲ ਨੂੰ ਸ਼ਹੀਦੀ ਹੋਣੀ ਉੱਥੇ। ਵੇਖੋ ਭਰੋਸਾ। ਤੇ ਕਹਿਣ ਲੱਗੇ ਤਨ ਕਟਵਾਉਣਾ ਪੈ ਸਕਦਾ ਹੈ, ਅੱਗ ਵਿੱਚ ਸੜਨਾ ਪੈ ਸਕਦਾ ਹੈ ਕੱਲ ਨੂੰ। ਤੇ ਜਦੋਂ ਕੱਲ ਨੂੰ ਨਨਕਾਣਾ ਸਾਹਿਬ ਜਾਵਾਂਗੇ ਤੇ ਮੁੜ ਕੇ ਇਸ ਤਰ੍ਹਾਂ ਵਾਪਸ ਨਹੀਂ ਆਉਣਾ, ਉੱਥੇ ਸ਼ਹੀਦੀਆਂ ਪਾਉਣੀਆਂ ਨੇ। ਸੰਗਤਾਂ ਪਹੁੰਚੀਆਂ ਤੇ ਜਿੱਦਾਂ ਇਦਾਂ ਮਹਾਰਾਜ ਜੀ ਦੇ ਚਰਨਾਂ 'ਚ ਆਪਾਂ ਹੁਣ ਸੱਜੇ, ਇਦਾਂ ਕੀਰਤਨ ਆਰੰਭ ਕੀਤਾ ਨਨਕਾਣਾ ਸਾਹਿਬ ਦਰਬਾਰ 'ਚ ਜਾ ਕੇ। ਤੇ ਨਰੈਣੂ ਮੰਤ ਨੂੰ ਪਤਾ ਸੀ ਵੀ ਆ ਰਹੇ ਆ, ਉਹਨੇ ਪਹਿਲੋਂ ਪ੍ਰਬੰਧ ਕੀਤਾ ਸੀ ਸਾਰਾ ਹੀ। ਜਦੋਂ ਕੀਰਤਨ ਆਰੰਭ ਹੋਇਆ, ਹਜ਼ੂਰੀ 'ਚ ਭਾਈ ਲਛਮਣ ਸਿੰਘ ਚੌਰ ਸਾਹਿਬ ਦੀ ਸੇਵਾ ਕਰਦੇ ਨੇ। ਉਦੋਂ ਫਿਰ ਆਪਣੇ ਬੰਦੇ ਲੈ ਕੇ ਆਇਆ ਤੇ ਬੰਦਿਆਂ ਨੂੰ ਜਿਸ ਵੇਲੇ ਆਪਣੇ ਗੁੰਡਿਆਂ ਨੂੰ ਉਹਨੇ ਕਿਹਾ, ਉਸੇ ਵੇਲੇ ਕੀਰਤਨ ਕਰਦੀ ਹੋਈ ਸੰਗਤ ਦੇ ਉੱਪਰ ਦਾਤਰਾਂ ਦੇ ਨਾਲ, ਛਵੀਆਂ ਟਕੂਆਂ ਦੇ ਨਾਲ ਵਾਰ ਹੋਣੇ ਸ਼ੁਰੂ ਕਰ ਦਿੱਤੇ। ਬੈਠੀ ਹੋਈ ਸੰਗਤ ਦੇ ਉੱਪਰ ਤਲਵਾਰਾਂ ਦੇ ਵਾਰ ਕੀਤੇ। ਸਾਰੀ ਸੰਗਤ ਸ਼ਹਾਦਤ ਦਾ ਜਾਮ ਪੀ ਗਈ। ਸਾਰੀ ਸੰਗਤ ਨਾਲ ਹੀ ਉਹਨਾਂ ਨੇ ਇਹ ਵਰਤਾਰਾ ਵਰਤਿਆ। ਇਤਿਹਾਸ ਕਹਿੰਦਾ ਹੈ ਨਨਕਾਣਾ ਸਾਹਿਬ ਦੀ ਸਰਦਲ ਦੇ ਥੱਲਿਓਂ ਸ਼ਹੀਦਾਂ ਦੇ ਪਵਿੱਤਰ ਖੂਨ ਦੀ ਧਾਰਾ ਵਗੀ ਉਦਣ। ਫਿਰ ਨਰੈਣੂ ਮੰਤ ਘੋੜੀ ਤੇ ਚੜ ਕੇ ਆਇਆ ਤੇ ਆਪਣੇ ਬੰਦਿਆਂ ਨੂੰ ਕਹਿੰਦਾ, ਉਹ ਲਛਮਣ ਸਿੰਘ ਬੈਠਾ ਏ, ਲਿਆਓ ਖਿੱਚ ਕੇ ਇਹਨੂੰ ਨਨਕਾਣਾ ਸਾਹਿਬ ਦੀ ਜਹੇਦਾਰੀ ਦਈਏ। ਫਿਰ ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਬੰਨਿਆ ਗਿਆ, ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਉਹ ਬਚਨ ਪੂਰੇ ਹੋ ਗਏ। ਰਾਤ ਨੂੰ ਹੁਕਮਨਾਮਾ ਸਾਹਿਬ ਲਿਆ ਸੀ ਨਾ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਮਹਾਰਾਜ ਜੀ ਨੇ ਸੇ ਕਿਹਾ ਸੀ ਤਨ ਕਟਵਾਉਣਾ ਪੈ ਸਕਦਾ ਹੈ, ਤੇ ਸਾਰੀ ਸੰਗਤ ਨੇ ਆਪਣਾ ਤਨ ਕਟਵਾਇਆ। ਮਹਾਰਾਜ ਕਹਿੰਦੇ ਵਿੱਚ ਅਗਨੀ ਆਪ ਜਲਾਈ, ਅੱਗ ਵਿੱਚ ਸੜਨਾ ਪੈ ਸਕਦਾ ਏ। ਭਾਈ ਲਛਮਣ ਸਿੰਘ ਜੀ ਨੂੰ ਅੱਗ ਲਾ ਕੇ ਸ਼ਹੀਦ ਕੀਤਾ। ਕੌਣ ਕਹਿੰਦਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੋਲਦੇ ਨੇ। ਅੱਜ ਵੀ ਜੇ ਕਿਤੇ ਮਨ 'ਚ ਕੋਈ ਖਿਆਲ ਆਵੇ ਨਾ, ਅਣਜਾਣਤਾ ਦੇ ਵਿੱਚ ਆਪਾਂ ਕੀ ਕਰਦੇ ਆ, ਕੋਈ ਚੰਗਾ ਕੰਮ, ਕੋਈ ਘਰੇ ਚੰਗਾ ਪ੍ਰੋਗਰਾਮ ਖੁਸ਼ੀ ਦਾ ਕਰਨਾ ਹੋਵੇ, ਆਪਾਂ ਜੋਤਸ਼ੀਆਂ ਵੱਲ ਭੱਜਦੇ ਆ ਵੀ ਪੁੱਛ ਕੇ ਆਈਏ ਕਿਹੜਾ ਦਿਨ ਚੰਗਾ ਰਹੇਗਾ। ਆਪਾਂ ਘਰ ਬਣਾਉਣਾ ਹੈ, ਪੁੱਛਦੇ ਆ, ਕੋਈ ਕਾਰੋਬਾਰ ਚਲਾਉਣਾ ਹੈ, ਬਹੁਤੇ ਵਿੱਚੋਂ ਪੁੱਛਣ ਜਾ ਪੈਂਦੇ ਨੇ। ਪਿਆਰਿਓ, ਜੋਤਸ਼ੀ ਨੂੰ ਕੀ ਪਤਾ,
मैं बेनती करा, अखबार विच एक वारी खबर पढ़ी, ज्योतिषी तुरिया जांदा सी अपनी दुकान वल नूं, सवेरे सवेरे दुकान खोलनी सी, पिछों ट्रक इन्नी जोर नाल आया, वो ज्योतिषी दे उत्तों दी लंघ गया, वो मर गया बेचारा। हुण इकल्ली खबर नहीं, इत्थे सोचण दी लोड़ है भी ज्योतिषी की करन जा रहा सी भला अपनी दुकान ते। ਉਹ ਲੋਕਾਂ ਨੂੰ ਲੋਕਾਂ ਦਾ ਭਵਿੱਖ ਦੱਸਣ ਜਾ ਰਿਹਾ ਸੀ। ज्योतिषी काहदे लई दुकान खोलदा है? वो लोकां नूं भविख दसदा है। ਜਦੋਂ लोग पुछदे ने भी आउण वाला समा किदां दा है, ਉਹ दसदा है भी तेरे आउण वाला समा इदां दा है, आ उपाय कर ला। पर ਜਿਹੜਾ ਬੰਦਾ दुकान खोलण जा रहा है, ਉਹਨੇ ਲੋਕਾਂ ਨੂੰ ਭਵਿਖ दसना, ਉਹਨੂੰ ਆਪਣੇ ਭਵਿਖ ਦਾ पता ही नहीं भी मेरे तो दी ट्रक लंघ जाना अज। इस करके मैं बेनती करा, अज भी जदों गुरु दे सिख ने कोई इदां दी खुशी करनी है, कोई मन विच चाहत है, ते उन्नू किसे ज्योतिषी कोल जाण दी लोड़ नहीं, अपने गुरु कोल आवे, इत्थे अरदास करे, मानी मन सुनदा है, सद सुनदा, सद वेखदा, अंतर जामी सो प्रभ पूरा। तू गुरु दिया सिखा, तेरे मन च कोई भी सवाल होवे, तू हुक्मनामा साहब लै, जे नहीं लै सकदा गुरु के वजीर नूं बेनती करके सुन ला, तेनू जवाब मिलेगा, गुरु वल्लों तेनू आग्या मिलेगी। तू इदां गुरु दे बाणी नाल जदों विश्वास करके प्रेम करन लग पिया ना, ते तेरे हिरदे दियां, तेरी जिंदगी दियां चिंतावां मुक जाणगीਆਂ सारियां। तू कोई काम करना है ते गुरु कोलों आग्या लै लई, ते गुरु ने हुक्मनामे साहब च आग्या देती, तेरियां चिंतावां मुक गईयां, तैनूं सोचण दी लोड़ नहीं, इहदे च हुण मैनूं नफा होवेगा कि हान होवेगा, हुण गुरु दी आग्या है, किसी बंदे दी नहीं। किसी बंदे कोलों फर्क भी पै सकदा है। गुरु गुरु वो महान शक्ति है। इत्थे ते बिना कर्मां तो भी दातां मिलदियां गुरु नानक दे घर विच। बाबा आदम मालवे दे रहण वाला, पिंड पुचों, बड़े नौकर चाकर ने करे, बड़ा अमीर है बाबा आदम, बहुत वड्डा तबेला है, हाथी घोड़े मझां गौवां सब कुछ ही है, पर घर विच जे नहीं ते औलाद कोई नहीं हैगी, दिने रात बेचैन रहिंदा है। ये बड़ी वड्डी दात है। इस दात ने ते वड्डे वड्डे राजे भी जंगलां च रोल दिते। ये बड़ियां वड्डियां नियामतां ने। महाराज गुरु अर्जन साहब जदों सानू अरदास करन दी जाच सिखाउंदे ने, महाराज कहंदे प्यारिया इदां अरदास करिया कर, मान मंगौ तान मंगौ, धन लक्ष्मी सुत दे। सुत नाम पुत्र दा, ये सारियां दातां महाराज कहंदे परमात्मा कोलों, अपने गुरु कोलों मंग। ते माता गंगा जी ने भी मंगियां, ते बाबे आदम दे कोल बस ये दात नहीं है। किसी सिख नाल मिलाप होया, कहन लगा गुरु रामदास जी दा दर है, जिथों सब कुछ ही प्राप्त होया। पहुंचा, बड़ी सेवा कीती अमृतसर, 2 पंडा बालण दियां लैके आउंदा, एक घरे रखदा है, एक गुरु के लंगरां विच। समा आया, बरसातां आईयां, हर बन्ने पानी पानी, जंगल बिया बाण जल नाल भर गए। गुरु के सिखां ने एक दिन बेनती कीती, महाराज बालण मुक गया सारा, संगत बड़ी आ गई है, ते महाराज लंगर मस्ताने हो गए ने, क्योंकि वो समा इदां दा सी, सुके बालण नाल अन्न लंगर तैयार हुंदे सन, अज वर्गा समा नहीं सी। ते महाराज सच्चे पातशाह जी ने नेत्र बंद कर लए। बाबे आदम नूं पता लगा जेड़ा घरे बालण एडा वड्डा भंडार जमा कीता सी, सारा ही लंगरां च लै आया। लंगर भी पक गए, बर्तन लग पे, कुछ ढेरियां बना के संगत दे अग सेकण वास्ते ला दित्तियां। सर्दी दा मौसम है। महाराज जी ने जदों रात नूं महलां चों निकल के तकिया, अमृत वेले फिर दीवान सजिया। सतगुरु जी ने फिर बचन कीता, किहड़ा सिख है जिन्ने बालण दी सेवा कीती है।
ਜਿਸ ਬਾਲਣ ਨਾਲ ਲੰਗਰ ਪੱਕੇ ਨੇ, ਸੰਗਤਾਂ ਨੇ ਅੱਗ ਸੇਕੀ ਹੈ। ਕਿਹੜਾ ਸਿੱਖ ਹੈ ਜਿਨੇ ਗੁਰੂ ਨਾਨਕ ਦੀਆਂ ਸੰਗਤਾਂ ਦੀ ਖੁਸ਼ੀ ਲਈ ਹੈ? ਬਾਬਾ ਆਦਮ ਉੱਠ ਕੇ ਖੜਾ ਹੋਇਆ। ਮਹਾਰਾਜ ਜੀ ਨੇ ਸੁਤੇ ਸਿੱਧ ਬਚਨ ਕੀਤਾ, ਕਹਿਣ ਲੱਗੇ ਬਾਬੇ ਆਦਮ ਕੁਝ ਮੰਗ। ਤੇ ਭਾਈ ਆਦਮ ਉਸ ਵੇਲੇ 60 ਸਾਲਾਂ ਤੋਂ ਉੱਪਰ ਦੀ ਉਮਰ ਸੀ ਤੇ ਆਏ ਸੀ ਪੁੱਤਰ ਦੀ ਦਾਤ ਲੈਣ ਲਈ। ਮਨ ਵਿੱਚ ਖਿਆਲ ਆਇਆ, ਹਜ਼ਾਰਾਂ ਦੀ ਗਿਣਤੀ 'ਚ ਸੰਗਤ ਜੁੜੀ ਹੈ, ਇਸ ਉਮਰ ਵਿੱਚ ਪੁੱਤਰ ਦੀ ਦਾਤ ਮੰਗਾਂਗਾ, ਕਿੱਦਾਂ ਦਾ ਲੱਗਾਂਗਾ ਇੱਥੇ? ਲੋਕ ਕੀ ਕਹਿਣਗੇ? ਕੁਝ ਨਾ ਮੰਗਿਆ। ਮਹਾਰਾਜ ਜੀ ਨੇ ਦੂਜਾ ਬਚਨ ਕੀਤਾ, ਫਿਰ ਨਾ ਮੰਗ ਸਕੇ। ਤੀਸਰਾ ਬਚਨ ਹੋਇਆ ਤੇ ਘਰੋਂ ਉਹਨਾਂ ਦੇ ਪਤਨੀ ਉੱਠ ਕੇ ਖੜੇ ਹੋ ਗਏ। ਕਹਿਣ ਲੱਗੇ ਮਹਾਰਾਜ ਪੁੱਤਰ ਦੀ ਦਾਤ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਨੇਤਰ ਬੰਦ ਕਰ ਲਏ, ਖੋਲੇ। ਕਹਿਣ ਲੱਗੇ ਆਦਮ, ਇਸ ਜਨਮ ਵਿੱਚ ਤਾਂ ਕੀ, ਆਉਣ ਵਾਲੇ ਵੀ ਕਿਸੇ ਜਨਮ ਵਿੱਚ ਪੁੱਤਰ ਦੀ ਦਾਤ ਨਹੀਂ ਹੈਗੀ ਤੇਰੇ ਕਰਮਾਂ 'ਚ। ਉਸ ਵੇਲੇ ਫਿਰ ਬਾਬੇ ਆਦਮ ਦੇ ਨੇਤਰਾਂ 'ਚੋਂ ਹੰਝੂ ਨਿਕਲੇ, ਧਰਤੀ ਤੇ ਡਿੱਗੇ। ਧੰਨ ਗੁਰੂ ਰਾਮਦਾਸ ਮਹਾਰਾਜ ਮਿਹਰ ਦੇ ਘਰ ਵਿੱਚ ਆਏ। ਕਹਿਣ ਲੱਗੇ ਆਦਮ, ਭਾਵੇਂ ਤੇਰੇ ਆਉਣ ਵਾਲੇ ਕਿਸੇ ਜਨਮ 'ਚ ਵੀ ਪੁੱਤਰ ਦੀ ਦਾਤ ਨਹੀਂ, ਪਰ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਗੁਰੂ ਨਾਨਕ ਦੀਆਂ ਸੰਗਤਾਂ ਦੀ ਖੁਸ਼ੀ ਲਈ ਹੈ। ਮਹਾਰਾਜ ਕਹਿਣ ਲੱਗੇ ਤੇਰੇ ਘਰੇ ਪੁੱਤਰ ਪੈਦਾ ਹੋਵੇਗਾ ਤੇ ਪੁੱਤਰ ਵੀ ਬ੍ਰਹਮ ਗਿਆਨੀ ਪੈਦਾ ਹੋਵੇਗਾ। ਇੰਨੀਆਂ ਬਖਸ਼ਿਸ਼ਾਂ। ਤੇ ਨਾਲ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਜਿਹੜਾ ਪੁੱਤਰ ਪੈਦਾ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖਿਓ। ਨਾਲ ਮਹਾਰਾਜ ਜੀ ਨੇ ਨਾਮ ਵੀ ਰੱਖ ਦਿੱਤਾ। ਤੇ ਸਮਾਂ ਆਇਆ, ਭਾਈ ਭਗਤੂ ਜੀ ਦਾ ਜਨਮ ਹੋਇਆ। ਮੈਂ ਬੇਨਤੀ ਕਰਾਂ, ਇੰਨੀ ਮਹਾਨ ਆਤਮਾ ਜਿਨ੍ਹਾਂ ਦੇ ਜਨਮ ਤੋਂ ਪਹਿਲੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਕਹਿ ਰਹੇ ਨੇ ਵੀ ਬ੍ਰਹਮ ਗਿਆਨੀ ਨੇ ਜਨਮ ਲੈਣਾ ਹੈ, ਉਹਦਾ ਨਾਮ ਭਾਈ ਭਗਤੂ ਰੱਖਿਓ। ਫਿਰ ਭਾਈ ਭਗਤੂ ਜਨਮ ਤੋਂ ਹੀ ਸਿੱਧ ਪੁਰਸ਼ ਹੋਏ। ਜੋ ਵੀ ਬਚਨ ਮੁਖ ਤੋਂ ਕਰਦੇ ਨੇ ਅਟਲ ਹੋ ਜਾਂਦਾ ਉਸੇ ਵੇਲੇ। ਭਾਈ ਭਗਤੂ ਜੀ ਨੇ ਬੜੀ ਲੰਮੀ ਉਮਰ ਗੁਰੂ ਹਰ ਰਾਏ ਮਹਾਰਾਜ ਜੀ ਤੱਕ ਗੁਰੂ ਘਰ ਦੀ ਸੇਵਾ ਕੀਤੀ। ਉਹਨਾਂ ਦੇ ਅੱਗੇ ਉਹਨਾਂ ਦੇ ਸੁਪੁੱਤਰ, ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ, ਭਾਈ ਜੀਵਨ ਤੇ ਭਾਈ ਗੌਰਾ, ਦੋ ਪੁੱਤਰ। ਉਹਨਾਂ ਨੇ ਗੁਰੂ ਹਰ ਰਾਏ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਸੇਵਾ ਕਰਦੇ ਰਹੇ। ਭਾਈ ਜੀਵਨ ਤੇ ਗੁਰੂ ਹਰ ਰਾਏ ਜੀ ਦਾ ਬਚਨ ਮੰਨ ਕੇ ਸਰੀਰ ਛੱਡ ਗਏ। ਉਹਨਾਂ ਤੋਂ ਅੱਗੇ ਭਾਈ ਰਾਮ ਸਿੰਘ, ਭਾਈ ਦਿਆਲ ਦਾਸ, ਇਹ ਉਹਨਾਂ ਦੇ ਅੱਗੇ ਪੁੱਤਰ ਹੋਏ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਤੇ ਮੈਂ ਬੇਨਤੀ ਕਰਾਂ, ਅੱਜ ਭੁੱਚੋਂ ਦੇ ਦੁਆਲੇ 3-4 ਪਿੰਡ ਜਿਹੜੇ ਨੇ ਉਹ ਸਾਰੇ ਬਾਬੇ ਆਦਮ ਦੀ ਕੁੱਲ ਦੇ ਬੱਝੇ ਹੋਏ ਨੇ। ਇਹ ਏਡਾ ਵੱਡਾ ਦਰ ਹੈ ਗੁਰੂ ਨਾਨਕ ਦਾ ਦਰ, ਜਿੱਥੇ ਕਰਮਾਂ ਤੋਂ ਬਿਨਾਂ ਵੀ ਦਾਤਾਂ ਮਿਲ ਜਾਂਦੀਆਂ, ਸੇਵਾ ਤੇ ਸਿਮਰਨ ਦੇ ਆਸਰੇ। ਕਿੱਥੇ ਮਹਾਰਾਜ ਕਹਿੰਦੇ ਬਾਬੇ ਆਦਮ ਨੂੰ ਵੀ ਆਉਣ ਵਾਲੇ ਕਿਸੇ ਜਨਮ 'ਚ ਵੀ ਪੁੱਤਰ ਨਹੀਂ, ਤੇ ਅੱਜ ਬਾਬੇ ਆਦਮ ਦੀ ਅੰਸ਼ ਬੰਸ ਦੇ 3-4 ਪਿੰਡ ਬੱਝੇ ਨੇ ਮਾਲਵੇ ਦੀ ਧਰਤੀ ਤੇ। ਇਹ ਉਹ ਦਰ ਹੈ ਜਿੱਥੇ ਬਿਨਾਂ ਕਰਮਾਂ ਤੋਂ ਦਾਤਾਂ ਨਾਲ ਨਿਵਾਜਿਆ ਜਾਂਦਾ ਹੈ। ਪਰ ਬਾਬਾ ਨਾਮਦੇਵ ਸਾਹਿਬ ਕਹਿੰਦੇ ਪਿਆਰਿਆ, ਝੁਕ ਕੇ ਨਿਮਰਤਾ ਵਿੱਚ ਆ ਕੇ ਆਪਣੀ ਮੱਤ ਦਾ ਜਦੋਂ ਤਿਆਗ ਕਰੇਗਾ, ਤੇਰੇ ਲੋਕ ਪਰਲੋਕ ਦੇ ਸਾਰੇ ਕਾਰਜ ਸੌਰ ਜਾਣਗੇ। ਮਨ ਵਿਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹੜਾ ਸਿੱਖ ਮੱਤ ਦਾ ਤਿਆਗ ਕਰਕੇ ਗੁਰੂ ਦੀ ਮੱਤ ਨੂੰ ਧਾਰਨ ਕਰਦਾ ਹੈ, ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਜੁੜੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ, ਬਾਣੀ ਦਾ ਆਸਰਾ ਲਈਏ।
ਨਿਤਨੇਮੀ ਹੋਈਏ ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਮੈਂ ਬੇਨਤੀ ਕਰਾਂ, ਅਸੀਂ ਵੱਡਾ ਸਮਾਂ ਗੁਰੂ ਨਾਲੋਂ ਟੁੱਟੇ, ਗੁਰਬਾਣੀ ਨਾਲੋਂ ਟੁੱਟੇ ਤੇ ਸਾਡਾ ਸਮਾਜ ਬਹੁਤ ਨੀਵੇਂ ਪੱਧਰ ਤੇ ਜਾ ਕੇ ਡਿੱਗ ਪਿਆ। ਅੱਜ ਸਾਡੇ ਸਮਾਜ ਦੇ ਕੀ ਹਾਲਾਤ ਨੇ? ਸਾਡੀ ਇੱਕ ਪੀੜ੍ਹੀ ਪੂਰੀ ਨਸ਼ਾ ਖਾ ਗਿਆ। ਨਸ਼ੇ ਦੀ ਦਲਦਲ ਵਿੱਚ ਫਸ ਗਈ, ਨਾਲ ਲੱਚਰਤਾ, ਨਾਲ ਨਸ਼ਾ। ਪਿਆਰਿਓ, ਗੁਰੂ ਨਾਲੋਂ ਵੀ ਦੂਰੀਆਂ। ਆਪਾਂ ਰਾਜਨੀਤਿਕ ਲੋਕਾਂ ਦੇ ਇਹੋ ਜਿਹੇ ਘੇਰੇ ਵਿੱਚ ਆਏ, ਅੱਜ ਸਾਡਾ ਸਮਾਜ ਪੈਰ ਨਹੀਂ ਲੱਗ ਰਹੇ। ਮਹਿੰਗਾਈ ਨੇ, ਹੋਰਨਾਂ ਚੀਜ਼ਾਂ ਨੇ ਆਲੇ ਦੁਆਲੇ ਇਦਾਂ ਸਾਨੂੰ ਜਕੜ ਲਿਆ। ਅੱਜ ਸਾਡੀ ਕਿਰਸਾਨੀ ਸੜਕਾਂ ਤੇ ਰੁਲ ਰਹੀ ਹੈ, ਸੜਕਾਂ ਤੇ। ਮੈਂ ਬੇਨਤੀ ਕਰਾਂ, ਗੁਰੂ ਨੇ ਪ੍ਰਗਟ ਹੋ ਕੇ ਸਾਨੂੰ ਗੁਰਬਾਣੀ ਦਾ ਆਸਰਾ ਦਿੱਤਾ ਤੇ ਗੁਰਬਾਣੀ ਦੀ ਸ਼ਕਤੀ ਦੇ ਨਾਲ ਜੰਗਲਾਂ 'ਚ ਰਹਿਣ ਵਾਲਾ ਸਾਡਾ ਵੱਡ ਵਡੇਰਾ, ਜੰਗਲਾਂ 'ਚ ਰਹਿਣ ਵਾਲੇ ਗੁਰੂ ਕੇ ਸਿੱਖ ਇੰਨੀ ਗਰੀਬੀ ਝੱਲ ਲਈ, ਘੋੜਿਆਂ ਤੇ ਰਾਤਾਂ ਕੱਟਦੇ ਨੇ, ਦਰਖਤਾਂ ਦੇ ਪੱਤੇ ਫਲ ਫੁੱਲ ਸੱਕ ਖਾ ਕੇ ਗੁਜ਼ਾਰਾ ਕਰਦੇ ਨੇ, ਪਰ ਬਾਣੀ ਨਾਲ ਜੁੜੇ ਰਹੇ। ਗੁਰਬਾਣੀ ਨੇ ਇੰਨੀਆਂ ਵੱਡੀਆਂ ਰਹਿਮਤਾਂ ਕੀਤੀਆਂ। ਉਹ ਜੰਗਲਾਂ 'ਚ ਰਹਿਣ ਵਾਲੇ ਇੱਕ ਦਿਨ ਲਾਹੌਰ ਦੇ ਤਖਤ ਤੇ ਜਾ ਕੇ ਬੈਠ ਗਏ। ਫਿਰ ਉਹਨਾਂ ਨੇ ਦੁਨੀਆ ਤੇ ਇਦਾਂ ਦਾ ਰਾਜ ਕੀਤਾ। ਮੈਂ ਬੇਨਤੀ ਕਰਾਂ, ਸਿੱਖ ਜਦੋਂ ਗੁਰਬਾਣੀ ਦੇ ਆਸਰੇ ਤੋਂ ਬਾਹਰ ਹੋ ਜਾਏਗਾ, ਫਿਰ ਇਹਦੇ ਕੋਲ ਕੁਝ ਨਹੀਂ ਹੈਗਾ, ਫਿਰ ਇਹ ਆਮ ਹੀ ਆ, ਫਿਰ ਇਹਦੇ ਪੱਲੇ ਕੁਝ ਨਹੀਂ। ਜਿੰਨਾ ਚਿਰ ਗੁਰੂ ਦਾ ਤਾਬੇਦਾਰ ਹੈ ਸਿੱਖ, ਉਹਨਾਂ ਚਿਰ ਰਹਿਮਤਾਂ ਨੇ। ਗੁਰਬਾਣੀ ਪੜ੍ਹਨ ਵਾਲਿਆਂ ਨੇ, ਗੁਰਬਾਣੀ ਨਾਲ ਜੁੜੀਆਂ ਮਹਾਨ ਆਤਮਾਵਾਂ, ਅਸ਼ਾਮ ਸਿੰਘ ਅਟਾਰੀ, ਸਰਦਾਰ ਹਰੀ ਸਿੰਘ ਨਲੂਆ, ਇਦਾਂ ਦੇ ਵਜ਼ੀਰ, ਕੈਬਨਿਟ ਮੰਤਰੀ ਸਨ ਉਸ ਵੇਲੇ, ਬਾਣੀ ਤੇ ਬਾਣੇ ਨਾਲ ਜੁੜੇ ਹੋਏ, ਇਦਾਂ ਦਾ ਰਾਜ ਸਥਾਪਿਤ ਕੀਤਾ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਪੂਰੇ ਵਰਲਡ ਤੇ ਰਿਸਰਚ ਕੀਤੀ ਗਈ ਵੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਰਾਜ ਕਿਹਨੇ ਕੀਤਾ, ਤੇ ਪਿਆਰਿਓ ਨਾਮ ਆਇਆ ਮਹਾਰਾਜਾ ਰਣਜੀਤ ਸਿੰਘ ਦਾ, ਸਿੱਖਾਂ ਦਾ ਨਾਮ ਆਇਆ। ਇੰਨੀ ਨਿੱਕੀ ਉਮਰ ਇਸ ਕੌਮ ਦੀ, ਅੱਜ 553 ਸਾਲ ਚੱਲ ਰਿਹਾ ਹੈ ਤੇ ਏਡਾ ਵੱਡਾ ਦੁਨੀਆ ਤੇ ਨਾਮ। ਕੁਝ ਸਮਾਂ 39 ਦੇ ਲਗਭਗ ਇੰਨੇ ਕੁ ਸਾਲ ਰਾਜ ਕੀਤਾ ਤੇ ਪੂਰੀ ਦੁਨੀਆ ਤੇ ਮੰਨਣਾ ਪੈ ਗਿਆ, ਪੂਰੀ ਦੁਨੀਆ ਨੂੰ, ਵੀ ਇਦਾਂ ਦਾ ਰਾਜ ਨਹੀਂ ਕਿਸੇ ਨੇ ਕੀਤਾ। ਉਹਦਾ ਕਾਰਨ ਸੀ ਮਹਾਰਾਜਾ ਰਣਜੀਤ ਸਿੰਘ ਕਦੀ ਵੀ ਨਿਤਨੇਮ ਤੋਂ ਬਿਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾ ਆਪਣਾ ਕਦੀ ਕੋਈ ਕਾਰਜ ਨਹੀਂ ਸੀ ਕਰਦਾ। ਅੱਜ ਵੀ ਤੁਸੀਂ YouTube ਤੇ ਮਹਾਰਾਜਾ ਰਣਜੀਤ ਸਿੰਘ ਦਾ ਉਹ ਮਹਿਲ ਦੇਖ ਸਕਦੇ ਹੋ, ਲਾਹੌਰ ਦਾ ਕਿਲਾ। ਉਸ ਕਿਲੇ ਦੇ ਉੱਪਰਲੇ ਬੰਨੇ ਇੱਕ ਗੁੰਬਦ ਵਿੱਚ ਮਹਾਰਾਜਾ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ। ਮਹਾਰਾਜੇ ਦੇ ਜੀਵਨ ਵਿੱਚ ਲਿਖਿਆ ਹੈ, ਉਹ ਸੇਵਾ ਮਹਾਰਾਜਾ ਸਾਹਿਬ ਆਪ ਕਰਦੇ ਹੁੰਦੇ ਸੀ। ਰੋਜ਼ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਹਜ਼ੂਰੀ 'ਚ ਬਹਿ ਕੇ ਨਿਤਨੇਮ ਕਰਨਾ, ਅਰਦਾਸ ਹੁਕਮਨਾਮਾ ਸਾਹਿਬ ਲੈ ਕੇ ਦੇਗ ਵਰਤਾ ਕੇ ਫਿਰ ਜਾ ਕੇ ਆਪਣਾ ਦਰਬਾਰ ਸਜਾਉਂਦੇ ਸੀ। ਬੜੀਆਂ ਕਿਤਾਬਾਂ ਕਾਲੀਆਂ ਕੀਤੀਆਂ ਮਹਾਰਾਜੇ ਨੂੰ ਕਾਲਖ ਲਾਉਣ ਵਾਸਤੇ, ਬੜਾ ਪ੍ਰਚਾਰ ਕੀਤਾ ਸਾਡੇ ਵਿਰੋਧੀਆਂ ਨੇ। ਕੋਈ ਕਹਿੰਦਾ ਮਹਾਰਾਜੇ ਨੇ ਆਹ ਕਰ ਦਿੱਤਾ, ਕੋਈ ਕਹਿੰਦਾ ਏਦਾਂ ਕਰ ਦਿੱਤਾ। ਇਹ ਸਾਰੀਆਂ ਗੱਲਾਂ ਸਾਡੇ ਉਸ ਮਹਾਨ ਰਾਜੇ ਨੂੰ ਬਦਨਾਮ ਕਰਨ ਦੀਆਂ ਨੇ। ਮੈਂ ਬੇਨਤੀ ਕਰਾਂ, ਉਦਾਂ ਦਾ ਰਾਜਾ ਹੋਣਾ ਤੇ ਕੀ, ਉਦਾਂ ਦਾ ਸਿੱਖ ਬਣਨਾ ਵੀ ਬੜਾ ਮੁਸ਼ਕਲ ਹੈ। ਮਹਾਰਾਜੇ ਦੇ ਸੀਸ ਤੇ ਇੱਕ ਵਾਰੀ ਉਹਨੇ ਦਰਬਾਰ ਲਾਹੌਰ ਦੇ ਚਰਾਏ 'ਚ ਸਜਾਇਆ ਤੇ ਉੱਤੇ ਬੜੀ ਬੇਸ਼ਕੀਮਤੀ ਚਾਨਣੀ ਲਾਈ ਗਈ, ਸੋਨੇ ਦੀਆਂ ਤਾਰਾਂ ਦੀ ਬਣੀ ਸੀ। ਏਦਾਂ ਲੋਕਾਂ ਦੀਆਂ
ਸੁਣ ਰਹੇ ਸਨ। ਦਰਬਾਰ ਲੱਗਾ, ਉਹਨਾਂ ਦੀ ਨਿਗਾਹ ਪਈ, ਤਾਂ ਜਦੋਂ ਨਿਗਾਹ ਪਈ ਰਾਜਾ ਸੀ ਸਮਝ ਗਿਆ ਵੀ ਚਾਨਣੀ ਬੜੀ ਕੀਮਤੀ ਲੱਗੀ। ਛਾਲ ਮਾਰ ਕੇ ਚਾਨਣੀ ਚੋਂ ਬਾਹਰ ਹੋ ਗਿਆ। ਸਾਰੇ ਬੜੇ ਹੈਰਾਨ ਹੋਏ ਵੀ ਮਹਾਰਾਜੇ ਨੂੰ ਕੀ ਗੱਲ ਹੋਈ। ਮਹਾਰਾਜਾ ਵਜ਼ੀਰ ਨੂੰ ਕਹਿਣ ਲੱਗੇ, ਕਹਿੰਦੇ ਚਾਨਣੀ ਸੋਨੇ ਦੀਆਂ ਤਾਰਾਂ ਦੀ ਬਣੀ ਹੈ। ਕਹਿਣ ਲੱਗੇ ਕਿੰਨੇ ਲਿਆਂਦੀ ਹੈ। ਬੇਨਤੀ ਕੀਤੀ, ਜੀ ਫਲਾਣੇ ਰਾਜੇ ਨੇ ਭੇਟਾ ਕੀਤੀ ਹੈ। ਪੁੱਛਣ ਲੱਗੇ ਕਿੰਨੀ ਕੀਮਤ ਹੈ। ਕਹਿਣ ਲੱਗੇ ਜੀ 10 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੀ ਬਣੀ ਉਸ ਸਮੇਂ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਬੜੀ ਗਲਤੀ ਕੀਤੀ ਜੀ, ਇਹ ਚਾਨਣੀ ਇਹ ਮੇਰੇ ਸਿਰ ਤੇ ਲੱਗਣ ਵਾਲੀ ਨਹੀਂ ਸੀ। ਇਹ ਚਾਨਣੀ ਇਹ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ 'ਚ ਸ਼ੋਭਾ ਪਾਉਣ ਵਾਲੀ ਸੀ, ਮੇਰੇ ਕਿੱਥੇ ਲਾਤੀ ਇੱਥੇ। ਫਿਰ ਕਹਿਣ ਲੱਗੇ ਇਹ ਨਹੀਂ, ਹੁਣ ਇਹ ਵਰਤੀ ਗਈ ਹੈ, ਇਹ ਮੇਰੇ ਤੇ ਲੱਗ ਚੁੱਕੀ ਹੈ। ਇਹਦੇ ਨਾਲੋਂ ਵੀ ਵੱਧ ਕੀਮਤੀ ਮਾਇਆ ਲਾ ਕੇ ਖਜ਼ਾਨੇ ਵਿੱਚੋਂ ਇਹਦੇ ਤੋਂ ਵੀ ਸੁੰਦਰ ਚਾਨਣੀ ਤਿਆਰ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਭੇਟਾ ਕਰਕੇ ਆਉਣੀ। ਉਹ ਚਾਨਣੀ ਸਨ 1984 ਦੇ ਉਸ ਘੱਲੂ ਘਾਰੇ ਵਿੱਚ ਅਗਨ ਭੇਟ ਹੋ ਗਈ। ਮਹਾਰਾਜੇ ਨੇ ਭੇਟਾ ਕੀਤੀ ਸੀ। ਮਹਾਰਾਜੇ ਦਾ ਪੁੱਤਰ ਵਿਆਹੁਣ ਚੱਲੇ, ਕਵਰ ਨੌ ਨਿਹਾਲ, ਤੇ ਕਿਸੇ ਨੇ ਆ ਕੇ ਸਿਹਰਾ ਭੇਟ ਕੀਤਾ। ਤੇ ਜਦੋਂ ਸਿਹਰਾ ਭੇਟ ਕੀਤਾ, ਵੇਖੋ ਮਹਾਰਾਜੇ ਦੀ ਕੈਸੀ ਭਾਵਨਾ। ਜਦੋਂ ਸਿਹਰਾ ਵੇਖਿਆ ਨਾ ਤੇ ਮਹਾਰਾਜਾ ਸਾਹਿਬ ਕਹਿਣ ਲੱਗੇ ਇਹ ਸਿਹਰਾ ਬੜਾ ਕੀਮਤੀ ਹੈ। ਰਾਜਾ ਸੀ, ਦੇਖਿਆ ਸੁੱਚੇ ਮੋਤੀ ਤੇ ਹੀਰੇ ਜਵਾਹਰਾਤ ਦੀਆਂ ਲੜੀਆਂ ਲੱਗੀਆਂ ਨੇ। ਕਹਿਣ ਲੱਗੇ ਉਧਰ ਬਰਾਤ ਚੜਨ ਲੱਗੀ ਹੈ ਪੁੱਤਰ ਦੀ, ਉਧਰੋਂ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਇਹ ਸਿਹਰਾ ਬੜਾ ਕੀਮਤੀ ਹੈ, ਇਹਨੂੰ ਹੀਰੇ ਜਵਾਹਰਾਤ ਲਾਏ ਨੇ, ਇਦਾਂ ਦਾ ਸੁੰਦਰ ਸਿਹਰਾ ਨਹੀਂ ਮੈਂ ਅੱਜ ਤੱਕ ਦੇਖਿਆ। ਕਹਿਣ ਲੱਗੇ ਇਹ ਸਿਹਰਾ ਮੇਰੇ ਪੁੱਤਰ ਦੇ ਮਸਤਕ ਤੇ ਨਹੀਂ ਲਾਉਣਾ, ਇਹ ਸਿਹਰਾ ਵੀ ਆਪਾਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟਾ ਕਰਕੇ ਆਉਣਾ। ਅੱਜ ਦਾ ਬੰਦਾ ਕਹਿੰਦਾ ਗੁਰੂ ਦੀ ਗੋਲਕ ਲੁੱਟ ਲਓ, ਲੈ ਜਾਓ, ਜੋ ਇਥੋਂ ਲੈ ਕੇ ਜਾਇਆ ਜਾਂਦਾ ਗੁਰਦੁਆਰਿਆਂ ਦਾ ਘਰੇ ਲੈ ਜਾਓ, ਆਪਣੇ ਨਿਆਣਿਆਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਪਾਲੋ, ਭਾਵੇਂ ਸਾਰੇ ਗੁਰਦੁਆਰਿਆਂ ਦੀ ਗੋਲਕ ਘਰੇ ਖਾਣੀ ਪਵੇ। ਮੈਂ ਦੇਖਿਆ ਵੱਡਿਆਂ ਵੱਡਿਆਂ ਗੁਰੂ ਘਰਾਂ ਦੇ ਫੌਰਨ ਵਿੱਚ ਮੈਂ ਦੇਖਿਆ ਕੰਮ ਕੋਈ ਨਹੀਂ ਜ਼ਿੰਦਗੀ 'ਚ ਕੀਤਾ, ਕੇਵਲ ਪ੍ਰਧਾਨਗੀ ਕੀਤੀ। ਤੇ ਜਦੋਂ ਬੱਚਿਆਂ ਦੇ ਵਿਆਹ ਸਨ, 2-2 ਲੱਖ ਪਾਉਂਡ ਦੀਆਂ ਸਪੋਰਟਸ ਕਾਰਾਂ ਆਪਣੇ ਬੱਚਿਆਂ ਨੂੰ ਤੋਹਫਿਆਂ 'ਚ ਦਿੱਤੀਆਂ ਉਹਨਾਂ ਲੋਕਾਂ ਨੇ। ਪੈਸਾ ਕਿੱਥੋਂ ਆਇਆ? ਕੰਮ ਤਾਂ ਤੁਸੀਂ ਕੀਤਾ ਨਹੀਂ ਇਹਨਾਂ ਕੰਟਰੀਆਂ 'ਚ ਕੋਈ। ਇੱਕ ਬੰਨੇ ਮਹਾਰਾਜਾ ਰਣਜੀਤ ਸਿੰਘ, ਜੇ 9 ਲੱਖਾ ਹਾਰ ਕਵਰ ਨੌ ਨਿਹਾਲ ਸਿੰਘ ਦੇ ਗਲ 'ਚ ਪਾਉਣ ਲੱਗਾ ਹੈਦਰਾਬਾਦ ਦਾ ਰਾਜਾ, ਉਹ ਵੀ ਆਇਆ ਵਿਆਹ ਦੇ ਵਿੱਚ 9 ਲੱਖਾ ਹਾਰ ਲੈ ਕੇ, ਵੀ ਮਹਾਰਾਜਾ ਖੁਸ਼ ਹੋਵੇਗਾ ਸਾਡੇ ਤੇ। ਇਦਾਂ ਦੇ ਕਾਰਜ ਆਪਾਂ ਕਰਦੇ ਹਾਂ, ਰਿਸ਼ਤੇਦਾਰੀਆਂ 'ਚ ਵੀ ਇਦਾਂ ਮਿਲਦੇ ਗਿਲਦੇ ਆ। ਉਹ 9 ਲੱਖਾ ਹਾਰ ਵੇਖ ਕੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇਹ 9 ਲੱਖਾ ਹਾਰ ਮੇਰੇ ਪੁੱਤਰ ਦੇ ਗਲ 'ਚ ਪਾ ਕੇ ਕੀ ਕਰਨਾ, ਇਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਭੇਟਾ ਕਰਨਾ। ਮੈਂ ਕਹਿੰਦਾ ਰਾਜਾ ਤੇ ਵੱਖਰੀ ਗੱਲ, ਉਦਾਂ ਦਾ ਸਿੱਖ ਬਣਨਾ ਨਹੀਂ ਔਖਾ। ਰਾਜਾ ਸਾਹਿਬ ਜਦੋਂ ਵੀ ਕਦੀ ਦਰਬਾਰ ਸਾਹਿਬ ਆਉਂਦੇ ਤੇ ਭੇਸ ਬਦਲ ਕੇ ਆਉਂਦੇ, ਪਤਾ ਨਹੀਂ ਸੀ ਲੱਗਣ ਦਿੰਦੇ। ਗੁਰੂ ਕੇ ਲੰਗਰਾਂ 'ਚ ਸੇਵਾ ਕਰਦੇ, ਬਰਤਨਾਂ ਦੀ ਸੇਵਾ ਕਰਦੇ, ਤੇ ਪਤਾ ਉਦੋਂ ਲੱਗਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਵਾਪਸ ਲਾਹੌਰ ਪਹੁੰਚ ਜਾਂਦੇ, ਫਿਰ ਪਿੱਛੋਂ ਛੂ ਨਿਕਲਦੀ ਵੀ ਰਾਜਾ ਸਾਹਿਬ ਆਏ ਸਨ, ਦਰਬਾਰ ਸਾਹਿਬ ਰਹਿ ਕੇ ਸੇਵਾ ਕਰਕੇ ਗਏ। ਮੈਂ ਬੇਨਤੀ ਕਰਾਂ, ਅੱਜ ਤੇ ਵਾਹ ਵਗ ਗਈ, ਕਿਤੇ ਨਿੱਕੀ ਜੀ 4 ਪਿੰਡਾਂ ਦੀ ਚੇਅਰਮੈਨੀ ਮਿਲ ਜੇ ਤੇ ਬੰਦਾ ਦਰਬਾਰ ਸਾਹਿਬ ਜਾਂਦਾ ਹੈ ਤੇ ਪ੍ਰੈਸ ਨੂੰ ਪਹਿਲੋਂ ਫੋਨ ਕਰ ਦਿੰਦਾ ਵੀ ਅੱਜ ਮੈਂ ਲਾਓ ਲਸ਼ਕਰ ਲੈ ਕੇ ਆ ਰਿਹਾ ਦਰਬਾਰ ਸਾਹਿਬ, ਤੇ ਕੱਲ ਨੂੰ ਅਖਬਾਰ ਦੇ ਪਹਿਲੇ ਪੇਜ ਸਾਰੀਆਂ ਦੇ ਭਰ ਜਾਣ ਵੀ ਫਲਾਣਾ ਸੋ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਜੀ।
ਕਿੱਥੇ ਗਈ ਸਾਡੀ ਪਾਵਨ? ਅਸੀਂ ਤੇ ਉੱਥੇ ਜਿੱਥੇ ਨਿਮਾਣੇ ਹੋ ਕੇ ਜਾਣਾ ਸੀ, ਜਿੱਥੇ ਨਤਾਣੇ ਹੋ ਕੇ ਜਾਣਾ ਸੀ, ਜਿੱਥੇ ਨਿਉ ਕੇ ਜਾਣਾ ਸੀ, ਜਿੱਥੇ ਇਹ ਗੱਲ ਹੋਣੀ ਸੀ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਅਸੀਂ ਤੇ ਉੱਥੇ ਵੀ ਵਿਖਾਵੇ ਕਰਨ ਲੱਗ ਪਏ ਜਾ ਕੇ। ਅਸੀਂ ਤੇ ਉੱਥੇ ਵੀ ਕਹਿੰਨੇ ਸਾਡੀਆਂ ਜੈ ਜੈਕਾਰਾਂ ਹੋਣ। ਅਸੀਂ ਤੇ ਉੱਥੇ ਵੀ ਕਹਿੰਨੇ ਆ ਵੀ ਉੱਥੇ ਜਾਣ ਲੱਗਿਆਂ ਵੀ ਸਾਡੇ ਵੱਖਰੇ ਰਸਤੇ ਖੁੱਲਣ, ਤੇ ਖੁੱਲਦੇ ਨੇ। ਗਾੜੀ ਵੀ ਉਦਾਂ ਦੀ ਆ। ਉਹ ਕਹਿੰਦੇ ਤੁਹਾਨੂੰ ਦੂਜੇ ਬੰਨਿਓ ਦੀ ਨਿਗਾਹ ਦਾਂਗੇ। ਮੈਂ ਬੇਨਤੀ ਕਰਾਂ ਵਾਪਸ ਮੁੜੀਏ, ਕਿੱਧਰ ਨੂੰ ਤੁਰੇ ਜਾਂਦੇ ਆਪਾਂ? ਕਿਹੜੀਆਂ ਗੱਲਾਂ 'ਚ ਪੈ ਗਏ? ਗੁਰੂ ਦੇ ਦਰ ਤੇ ਨਿਮਾਣੇ ਹੋ ਕੇ, ਨਿਤਾਣੇ ਹੋ ਕੇ ਜਦੋਂ ਬਾਣੀ ਨਾਲ ਜੁੜਾਂਗੇ, ਫਿਰ ਸਾਡਾ ਸਮਾਜ ਵੀ ਇੰਨਾ ਆਨੰਦਦਾਇਕ, ਇੰਨਾ ਸੁਖ ਭਰਪੂਰ ਹੋਵੇਗਾ ਜਿਵੇਂ ਅੱਜ ਵਰਲਡ ਮੰਨਦਾ ਹੈ ਵੀ ਗੁਰੂ ਨਾਨਕ ਦੇ ਸਿੱਖਾਂ ਵਰਗਾ ਕਿਸੇ ਨੇ ਰਾਜ ਹੀ ਨਹੀਂ ਕੀਤਾ। ਤੇ ਇਦਾਂ ਦਾ ਰਾਜ, ਪੂਰੇ ਰਾਜ ਵਿੱਚ ਇੱਕ ਵੀ ਫਾਂਸੀ ਨਹੀਂ, ਪੂਰੇ ਰਾਜ ਵਿੱਚ ਇੱਕ ਵੀ ਚੋਰੀ ਨਹੀਂ, ਪੂਰੇ ਰਾਜ ਵਿੱਚ ਇੱਕ ਵੀ ਕੋਈ ਕੁਕਰਮਾਂ ਦਾ, ਕੋਈ ਧੱਕੇਸ਼ਾਹੀ ਦਾ, ਉਦਾਂ ਦਾ ਕੋਈ ਵੀ ਕੇਸ ਨਹੀਂ ਇਦਾਂ ਦਾ। ਤੇ ਪੂਰੇ ਰਾਜ 'ਚ ਕੋਈ ਵੀ ਭੁੱਖਾ ਨਹੀਂ ਸੁੱਤਾ। ਪੂਰੇ ਰਾਜ ਵਿੱਚ ਧਰਮ ਦੇ ਨਾਂ ਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵਖਰੇਵਾਂ ਨਹੀਂ ਪਾਇਆ ਗਿਆ, ਸਭ ਇੱਕੋ ਜਿਹੇ। ਪਰ ਇਹ ਸੰਭਵ ਤਾਂ ਹੋਇਆ ਉਹ ਬਾਣੀ ਨਾਲ ਜੁੜੇ ਸੀ। ਅੱਜ ਲੋੜ ਹੈ ਅਸੀਂ ਗੁਰਬਾਣੀ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀਏ, ਨਿਤਨੇਮ ਨਾਲ ਜੋੜੀਏ, ਕੀਰਤਨ ਨਾਲ ਜੋੜੀਏ। ਅੱਜ ਸਾਡੇ ਚ ਇਹ ਵੀ ਘਾਟ ਜੇ। ਆਪਾਂ ਸੋਚਦੇ ਜਿਹੜੇ ਕੀਰਤਨ ਕਰਦੇ ਨੇ ਨਾ, ਜਿਨ੍ਹਾਂ ਨੇ ਕੀਰਤਨ ਸਿੱਖਣਾ, ਉਹ ਕੀਰਤਨ ਉਹਨਾਂ ਨੇ ਕਰਕੇ ਤੇ ਕੱਲ ਨੂੰ ਪੈਸੇ ਕਮਾਇਆ ਕਰਨੇ। ਪਾਠ ਉਹੀਓ ਸਿੱਖੇ ਜਿੰਨੇ ਰੌਲਾਂ ਲਾਇਆ ਕਰਨੀਆਂ, ਢਾਡੀ ਉਹੀ ਬਣੇ ਜਿੰਨੇ ਪ੍ਰੋਗਰਾਮਾਂ ਤੇ ਜਾਇਆ ਕਰਨਾ। ਨਹੀਂ ਪਿਆਰਿਓ, ਇਹ ਤੇ ਗੁਰੂ ਨਾਨਕ ਸਾਹਿਬ ਦੀਆਂ ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ। ਸਾਡੇ ਬੱਚੇ ਭਾਵੇਂ ਅਫਸਰ ਬਣਨ ਤਾਂ ਵੀ ਉਹਨਾਂ ਨੂੰ ਕੀਰਤਨ ਸਿਖਾਓ, ਉਹ ਕੀਰਤਨੀਏ ਹੋਣ। ਸਾਡੇ ਬੱਚੇ ਕੱਲ ਨੂੰ ਭਾਵੇਂ ਇੰਜੀਨੀਅਰ ਬਣਨ, ਸਾਇੰਟਿਸਟ ਬਣਨ, ਡਾਕਟਰ ਬਣਨ, ਜੋ ਮਰਜ਼ੀ ਬਣਨ, ਪਰ ਉਹ ਕੀਰਤਨੀਏ ਵੀ ਹੋਣ, ਉਹ ਪਾਠੀ ਵੀ ਹੋਣ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰ ਸਕਦੇ। ਮੈਂ ਬੜੇ ਬੜੇ ਪਰਿਵਾਰ ਦੇਖੇ, ਇੱਧਰ ਵੀ ਦੇਖੇ, ਫੌਰਨ ਵਿੱਚ ਵੀ ਦੇਖੇ, ਜਿਨ੍ਹਾਂ ਦੇ ਘਰੇ ਪਤਾ ਨਹੀਂ ਕਿੰਨੇ ਕਿੰਨੇ ਨੌਕਰ ਨੇ। ਜੇ 4 ਬੱਚੇ ਨੇ, ਮੈਂ ਇਦਾਂ ਦਾ ਇੱਕ ਪਰਿਵਾਰ ਵੀ ਦੇਖਿਆ, 4 ਬੱਚੇ ਨੇ, 2 ਬੱਚੇ ਕਿਸੇ ਬੰਨੇ ਹੋਰ ਸਕੂਲ 'ਚ ਪੜ੍ਹਦੇ ਨੇ, 2 ਬੱਚੇ ਹੋਰ ਸਕੂਲ 'ਚ ਪੜ੍ਹਦੇ ਨੇ। ਦੋਵਾਂ ਬੱਚਿਆਂ ਨੂੰ ਸਕੂਲੇ ਛੱਡਣ ਵਾਸਤੇ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਰੱਖੀਆਂ, ਡਰਾਈਵਰ ਰੱਖੇ ਨੇ। ਡਰਾਈਵਰ ਸਾਰਾ ਦਿਨ ਸਕੂਲ ਦੇ ਬਾਹਰ ਗੱਡੀ 'ਚ ਹੀ ਬੈਠੇ ਰਹਿੰਦੇ ਨੇ, ਆ ਨਹੀਂ ਸਕਦੇ। ਕਹਿਣ ਤੋਂ ਭਾਵ ਇੰਨੇ ਅਮੀਰ ਨੇ। ਪਰ ਜਦੋਂ ਉਹਨਾਂ ਦੇ ਘਰੇ ਰਾਤ ਪਈ ਨਾ, ਤੇ ਉਹਨਾਂ ਦੇ ਬੱਚਿਆਂ ਨੇ ਕੀਰਤਨ ਕੀਤਾ, ਫਿਰ ਰਾਤ ਨੂੰ ਸਾਰੇ ਪਰਿਵਾਰ ਨੇ ਬੈਠ ਕੇ, ਤੇ ਹੈਰਾਨੀ ਛਾ ਗਈ ਵੀ ਇੰਨੀ ਅਮੀਰੀ, ਏਡੇ ਵੱਡੇ ਕਾਰੋਬਾਰ, ਤੇ ਫਿਰ ਵੀ ਇਹਨਾਂ ਦੇ ਬੱਚੇ ਕੀਰਤਨ ਦੇ ਨਾਲ, ਗੁਰਬਾਣੀ ਨਾਲ ਜੁੜੇ ਨੇ। ਤੇ ਆਪਾਂ ਕਿੱਧਰ ਗਏ ਪਿੰਡਾਂ 'ਚ? ਮੈਂ ਬੇਨਤੀ ਕਰਾਂ, ਅੱਜ ਤੇ ਜਿੰਨੀ ਬੇਅਦਬੀ ਆਪਾਂ ਕਰਨ ਲੱਗ ਪਏ, ਕਿਸੇ ਦੇ ਘਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਭੋਗ ਪੈ ਰਿਹਾ ਹੈ, ਕੀਰਤਨ ਹੋ ਰਿਹਾ ਹੈ, ਅਸੀਂ ਸਾਹਮਣੇ ਗੁਰੂ ਸਾਹਿਬ ਦੇ ਕੁਰਸੀਆਂ ਢਾ ਕੇ ਚਾਹ ਪੀ ਰਹੇ ਹਾਂ, ਪਕੌੜੇ ਖਾ ਰਹੇ ਹਾਂ। ਸਾਨੂੰ ਪਤਾ ਹੀ ਨਹੀਂ ਕਿ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਤੇ ਅਸੀਂ ਸਾਹਮਣੇ ਕੁਰਸੀਆਂ ਤੇ ਬਹਿ ਕੇ ਗੱਲਾਂ ਕਰ ਰਹੇ ਹਾਂ। ਇੰਨਾ ਵੀ ਨਹੀਂ। ਪਾਠੀ ਸਿੰਘ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਂਦੇ ਨੇ, ਜਦੋਂ ਲੰਘਦੇ ਨੇ ਲੋਕੀ ਰਾਹ ਨਹੀਂ ਦਿੰਦੇ ਵੀ ਪਰੇ ਹੋ ਜਾਈਏ, ਕੋਈ ਲੀਡਰ ਮੰਤਰੀ ਆ ਜੇ, ਅਸੀਂ ਮਰਦੇ ਫਿਰਦੇ ਆ, ਮਗਰ ਦੌੜੇ ਫਿਰਦੇ ਆ, ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ ਵੀ ਅਸੀਂ ਸਾਹਮਣੇ ਹੋ ਜਾਈਏ, ਅਸੀਂ ਹੱਥ ਛੁੱਟ ਲਈਏ। ਗੁਰੂ ਨਾਲੋਂ ਇੰਨੇ ਦੂਰ। ਤੇ ਰਾਜਨੀਤਿਕ ਲੋਕ ਜਿਹੜੇ ਹੈ ਹੀ ਝੂਠ ਨਿਰਾਈ, ਜਿਨ੍ਹਾਂ ਨੇ ਸਾਨੂੰ ਦੇਣਾ ਹੀ ਕੁਝ ਨਹੀਂ, ਜਿਹੜੇ ਆਪ ਅਰਬਾਂਪਤੀ ਬਣ ਗਏ ਤੇ ਅਸੀਂ ਉੱਥੇ ਦੇ ਉੱਥੇ ਹੀ, ਉਹਨਾਂ ਦੇ ਮਗਰ ਅਸੀਂ ਦੌੜੇ ਫਿਰਦੇ।
ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ ਤੇ ਆਪਣੀ ਜ਼ਿੰਦਗੀ 'ਚ ਸਭ ਤੋਂ ਮਹਾਨ ਸਤਿਕਾਰ ਆਪਣੇ ਗੁਰੂ ਵਾਸਤੇ ਰੱਖੀਏ। ਜਿੱਦਣ ਅਸੀਂ ਗੁਰੂ ਦਾ ਸਤਿਕਾਰ ਕਰਨ ਲੱਗ ਪਏ, ਗੁਰਬਾਣੀ ਨਾਲ ਜੁੜ ਗਏ, ਸਾਨੂੰ ਕਿਸੇ ਵੱਲ ਵੇਖਣ ਦੀ ਲੋੜ ਨਹੀਂ। ਇਸ ਦਰ ਤੇ ਜਿਹੜਾ ਜੁੜ ਗਿਆ ਪਹਿਲੋਂ ਮੰਗਤਾ ਹੋਵੇ, ਜਦੋਂ ਗੁਰੂ ਦੀ ਬਾਣੀ ਨਾਲ ਜੁੜ ਗਿਆ ਫਿਰ ਦਾਤਾ ਬਣ ਜਾਂਦਾ ਹੈ। ਸੋ ਸਤਿਗੁਰੂ ਕਿਰਪਾ ਕਰਨ, ਮਿਹਰਾਮਤ ਕਰਨ, ਇਹ ਬਾਣੀ ਦੇ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਵਸਣ। 26 ਤਰੀਕ ਨੂੰ ਬਾਬਾ ਜੀ ਆਏ ਨੇ, ਸੰਗਤ ਦੇ ਦਰਸ਼ਨ ਕਰ ਰਹੇ ਨੇ। ਗੁਰਦੁਆਰਾ ਟਾਹਲੀ ਸਾਹਿਬ ਰਾਮਪੁਰ ਦਿਨ ਦੇ ਮਹਾਨ ਦੀਵਾਨ ਸੱਜਣਗੇ, ਉੱਥੇ ਵੀ ਆਪ ਜੀ ਨੇ ਦਰਸ਼ਨ ਕਰਨੇ। ਜਦੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਣਗੀਆਂ ਬਾਬਾ ਜੀ